ਸਾਹਿਬ ਸਤਿਗੁਰੂ ਧੰਨ ਗੁਰੂ ਹਰਿਕ੍ਰਿਸ਼ਨ ਮਹਾਰਾਜ ਸੱਚੇ ਪਾਤਸ਼ਾਹ ਜੀ, ਤਿੰਨਾਂ ਦੇ ਮੁਬਾਰਕ ਅਸਥਾਨ ਉੱਪਰ ਬਿਰਾਜਮਾਨ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਵਡਭਾਗੇ ਹੋ ਜੋ ਸਤਿਗੁਰਾਂ ਦੀ ਪਾਕ ਪਵਿੱਤਰ ਹਜ਼ੂਰੀ ਦਾ ਆਨੰਦ ਮਾਣ ਰਹੇ ਹੋ। ਪਿਆਰ ਸਹਿਤ ਗੁਰੂ ਸਵਾਰਿਆਂ ਪਾਸੋਂ ਆਪ ਜੀ ਨੇ ਗੁਰਬਾਣੀ ਕੀਰਤਨ ਸਰਵਨ ਕੀਤਾ ਹੈ। ਉਸ ਤੋਂ ਉਪਰੰਤ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ, ਤਿੰਨਾਂ ਦੀ ਰਸਨਾ ਤੋਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜੋ ਅੱਜ ਦਾ ਲੜੀਵਾਰ ਸ਼ਬਦ ਹੈ, ਉਸ ਨੂੰ ਆਪ ਜੀ ਨੇ ਸਰਵਨ ਕੀਤਾ। ਗੁਰੂ ਕਿਰਪਾ ਸਦਕਾ ਇਸ ਪਾਵਨ ਪਵਿੱਤਰ ਸ਼ਬਦ ਦੀ ਆਪਾਂ ਅੱਜ ਵਿਚਾਰ ਕਰਨੀ ਹੈ। ਇਹ ਮੁਬਾਰਕ ਸ਼ਬਦ ਭੱਟ ਸਾਹਿਬਾਨਾਂ ਦੀ ਬਾਣੀ ਵਿੱਚੋਂ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਉਸਤਤ ਵਿੱਚ ਜੋ ਭੱਟ ਕੀਰਤ ਜੀ ਨੇ ਪਾਵਨ ਸਵਈਏ ਉਚਾਰਨ ਕੀਤੇ ਹਨ, ਉਹਨਾਂ ਪਾਵਨ ਪਵਿੱਤਰ ਸਵਈਆਂ ਵਿੱਚੋਂ ਇਹ ਅੰਤਿਮ ਸਵਈਆ ਹੈ। ਭੱਟ ਕੀਰਤ ਜੀ ਨੇ ਇਸ ਪਾਵਨ ਸਵਈਏ ਅੰਦਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਮੰਗੀ ਹੈ ਕਿ ਇਹ ਸਤਿਗੁਰੂ ਸਾਨੂੰ ਆਪਣੀ ਸ਼ਰਨ, ਆਪਣਾ ਦਰ ਬਖਸ਼ ਦਿਓ। ਤੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਦਰ, ਗੁਰੂ ਦਾ ਦਰ ਕਿਹਨਾਂ ਲਈ ਖੁੱਲ੍ਹਾ ਹੈ? ਜੋ ਆਪਣੇ ਆਪ ਨੂੰ ਨਿਮਾਣੇ, ਆਪਣੇ ਆਪ ਨੂੰ ਨਿਤਾਣੇ, ਆਪਣੇ ਆਪ ਨੂੰ ਗੁਨਾਹਾਂ ਦੇ ਭਰੇ ਹੋਏ ਮੰਨ ਕੇ ਸਤਿਗੁਰਾਂ ਦੇ ਅੱਗੇ ਆਪਣੇ ਹਿਰਦੇ ਨੂੰ ਸ਼ਬਦਾਂ ਰਾਹੀਂ ਖੋਲ੍ਹਦੇ ਹਨ, ਉਹਨਾਂ ਨੂੰ ਗੁਰੂ ਦਾ ਉਹ ਉੱਤਮ ਪੰਥ, ਉਹ ਉੱਤਮ ਘਰ ਪ੍ਰਾਪਤ ਹੁੰਦਾ ਹੈ। ਇਹ ਬੇਨਤੀ, ਇਹ ਅਰਦਾਸ ਇਸ ਸਵਈਏ ਵਿੱਚ ਸਿਖਾਈ ਗਈ ਹੈ। ਗੁਰੂ ਕਿਰਪਾ ਕਰੇ ਇਸ ਪਾਵਨ ਪਵਿੱਤਰ ਸਵਈਏ ਦੀ ਵਿਚਾਰ ਕਰਾਂਗੇ। ਨਾਲ ਦੇ ਨਾਲ ਹੀ ਜੋ ਇਹ ਕੁਰਬਾਨੀ ਭਰੇ ਦਿਹਾੜੇ ਹਨ, ਸਾਹਿਬ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਨੇ ਇਹਨਾਂ ਦਿਨਾਂ ਵਿੱਚ ਹੀ ਆਪਣੇ ਹਜ਼ਾਰਾਂ ਮੁਰੀਦ, ਜਾਨਾਂ ਤੋਂ ਪਿਆਰੇ ਸਿੰਘ, ਆਪਣੇ ਲਖਤੇ ਜ਼ਿਗਰ, ਆਪਣਾ ਪਰਿਵਾਰ ਧਰਮ ਲਈ, ਕੌਮ ਲਈ, ਸੱਚ ਲਈ, ਉਸ ਖੁਦਾ ਲਈ ਵਾਰਿਆ। ਉਸ ਸਾਹਿਬ ਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਜੀਵਨ ਵਿੱਚੋਂ ਕੁਝ ਉਪਦੇਸ਼ ਸਰਵਨ ਕਰਨ ਦਾ ਯਤਨ ਕਰਾਂਗੇ। ਆਓ ਵਿਚਾਰ ਆਰੰਭਣ ਤੋਂ ਪਹਿਲਾਂ ਫਤਿਹ ਦੀ ਸਾਂਝ ਕਰੀਏ। ਪਿਆਰ ਸਹਿਤ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੱਟ ਕੀਰਤ ਜੀ ਨੇ ਜੋ ਇਹ ਪਾਵਨ ਪਵਿੱਤਰ ਸਵਈਆ ਉਚਾਰਨ ਕੀਤਾ ਹੈ, ਉਸ ਵਿੱਚ ਉਹਨਾਂ ਨੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਦਰ ਦੀ ਮੰਗ ਕੀਤੀ ਹੈ ਕਿ ਮੈਨੂੰ ਤੇਰਾ ਦਰ ਸਤਿਗੁਰੂ ਮਿਲ ਜਾਏ, ਤੇਰੇ ਪੰਥ ਵਿੱਚ ਮੈਂ ਸ਼ਾਮਲ ਹੋ ਜਾਵਾਂ। ਕਿਉਂ? ਕਿਉਂਕਿ ਉਹਨਾਂ ਨੇ ਕਿਹਾ, ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤੇਹ ਮਿਲੰਤ ਜਮ ਤਰਾਸ ਮਿਟਾਏ। ਹੇ ਸਤਿਗੁਰੂ, ਮੈਂ ਤੇਰੇ ਦਰ ਦੀ, ਤੇਰੇ ਘਰ ਦੀ, ਤੇਰੇ ਪੰਥ ਦੀ ਇਹ ਸ਼ੋਭਾ ਸੁਣੀ ਹੈ। ਪੰਥ ਨਾਮ ਰਸਤੇ ਦਾ ਹੈ, ਧਰਮ ਦਾ ਹੈ, ਕਿ ਤੇਰੇ ਦਰ ਦੀ, ਤੇਰੇ ਘਰ ਦੀ, ਜੋ ਤੇਰੇ ਵੱਲੋਂ ਚਲਾਇਆ ਹੋਇਆ ਉਸ ਅਕਾਲ ਪੁਰਖ ਦੀ ਪ੍ਰਾਪਤੀ ਲਈ ਰਸਤਾ ਹੈ, ਉਹਦੀ ਸਿਫਤ ਸੁਣੀ ਹੈ ਕਿ ਉਹ ਬੜਾ ਉੱਤਮ ਹੈ। ਜੋ ਵੀ ਉਸ ਮਾਰਗ ਤੇ ਤੁਰਿਆ ਹੈ, ਜੋ ਵੀ ਉਸ ਰਸਤੇ ਦਾ ਪਾਂਧੀ ਬਣਿਆ ਹੈ, ਸਭ ਤੋਂ ਵੱਡੀ ਗੱਲ ਕਿ ਉਸ ਨੂੰ ਕਦੀ ਜਮ ਦਾ, ਕਦੀ ਮੌਤ ਦਾ ਭੈ ਹੀ ਨਹੀਂ ਆਉਂਦਾ। ਬਹੁਤ ਡਰ ਨੇ ਮਨੁੱਖ ਦੇ ਹਿਰਦੇ ਵਿੱਚ, ਬਹੁਤ ਭੈ ਨੇ, ਸੰਸਾਰਿਕ ਤੌਰ ਤੇ ਵੀ
ਕਈ ਤਰ੍ਹਾਂ ਦੇ ਡਰਾਂ ਵਿੱਚ ਅਸੀਂ ਜਿਉਂਦੇ ਹਾਂ, ਪਰ ਗੁਰਬਾਣੀ ਦੇ ਮੁਤਾਬਕ ਸਭ ਤੋਂ ਵੱਡਾ ਭੈ ਗੁਰਦੇਵ ਜੀ ਨੇ ਮੌਤ ਦਾ ਮੰਨਿਆ ਕਿ ਸਾਰੇ ਡਰਾਂ ਵਿੱਚੋਂ ਜਿਹੜਾ ਵੱਡਾ ਡਰ, ਵੱਡਾ ਭੈ ਹੈ ਉਹ ਮੌਤ ਦਾ ਹੈ। ਪਰ ਗੁਰੂ ਦਾ ਘਰ ਇੱਕ ਐਸਾ ਅਸਥਾਨ ਹੈ, ਗੁਰੂ ਦੀ ਸ਼ਰਨ ਇੱਕ ਐਸੀ ਸ਼ਰਨ ਹੈ ਜਿੱਥੇ ਆ ਕਰਕੇ, ਜਿਹਦਾ ਨਿੱਘ ਲੈ ਕਰਕੇ ਸਿੱਖ ਦੇ, ਜੀਵ ਦੇ, ਜਿਗਿਆਸੂ ਦੇ ਅੰਦਰ ਦਾ ਇਹ ਭਉ ਵੀ, ਇਹ ਡਰ ਵੀ ਮੁੱਕ ਜਾਂਦਾ ਹੈ। ਇਸ ਕਰਕੇ ਇਹ ਅਰਦਾਸ ਕੀਤੀ ਹੈ ਭੱਟ ਕੀਰਤ ਜੀ ਨੇ, ਇਹ ਮੰਗ ਮੰਗੀ ਹੈ ਕਿ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤਿਹ ਮਿਲੰਤ ਜਮ ਤਰਾਸ ਮਿਟਾਈ। ਹੇ ਵਾਹਿਗੁਰੂ, ਜਿਹਨੂੰ ਮਿਲ ਕੇ ਜਮਾਂ ਦੀ ਤਰਾਸ, ਜਮਾਂ ਦਾ ਡਰ ਮੁੱਕ ਜਾਂਦਾ ਹੈ, ਇਹ ਤੁਹਾਡਾ ਪੰਥ ਜਿਹੜਾ ਹੈ ਉੱਤਮ ਹੈ। ਕੋਈ ਵੀ ਵਸਤੂ, ਕੋਈ ਵੀ ਪੰਥ ਕਹਿ ਲਈਏ, ਧਰਮ ਕਹਿ ਲਈਏ, ਕੋਈ ਵੀ ਮਾਰਗ ਕਹਿ ਲਈਏ, ਉਹ ਉੱਤਮ ਕਿਵੇਂ ਬਣਦਾ ਹੈ? ਇੱਕ ਤਾਂ ਹੈ ਬਾਹਰੀ ਸੁੰਦਰਤਾ, ਕਿ ਕਿਸੇ ਵਸਤੂ ਨੂੰ, ਕਿਸੇ ਪਦਾਰਥ ਨੂੰ ਅਸੀਂ ਬਾਹਰੂਨੀ ਤੌਰ ਤੇ ਸੁੰਦਰ ਬਣਾ ਲਈਏ। ਇੱਕ ਹੈ ਉਹਦੀ ਅੰਤਰੀਵ ਸੁੰਦਰਤਾ। ਸਿੱਖ ਧਰਮ ਦੀ ਮਹਾਨਤਾ ਇਹ ਹੈ, ਬਾਹਰੋਂ ਤੇ ਸੁੰਦਰ ਹੈ ਹੀ ਹੈ ਨਾ, ਸਾਨੂੰ ਸਾਬਤ ਸੂਰਤ ਸਰੀਰ ਧਰਮ ਨੇ, ਇਹ ਗੁਰੂ ਸਾਹਿਬ ਜੀ ਨੇ ਬਖਸ਼ਿਆ ਹੈ ਕਿ ਆਪਣੀ ਬਾਹਰ ਦੀ ਸੁੰਦਰਤਾ ਨੂੰ ਵੀ ਹੂ ਬਹੂ ਕਾਇਮ ਰੱਖਣਾ ਹੈ। ਪਰ ਨਾਲ ਦੀ ਨਾਲ ਜੋ ਸਾਡੇ ਧਰਮ ਦੀ, ਗੁਰਦੇਵ ਜੀ ਦੇ ਧਰਮ ਦੀ ਅੰਦਰੂਨੀ ਸੁੰਦਰਤਾ ਹੈ, ਉਹ ਇਹ ਹੈ ਕਿੱਥੇ ਜਿੱਥੇ ਦੁਨੀਆ ਦੇ ਸਾਰੇ ਧਰਮ ਮੁਰੀਦ ਨੂੰ ਮੁਰੀਦ ਹੀ ਮੰਨਦੇ ਨੇ, ਗੁਰੂ ਨੂੰ ਗੁਰੂ ਹੀ ਮੰਨਦੇ ਹਨ, ਪਰ ਸਿੱਖ ਧਰਮ ਇੱਕ ਮਹਾਨ ਧਰਮ ਕਿਉਂ ਹੈ? ਕਿਉਂਕਿ ਇੱਥੇ ਜੋ ਮੁਰੀਦ ਬਣ ਕੇ ਆਇਆ, ਜੋ ਸ਼ਿਸ਼ ਬਣ ਕੇ ਆਇਆ, ਜੋ ਚੇਲਾ ਬਣ ਕੇ ਆਇਆ, ਉਹ ਗੁਰੂ ਦੀ ਕਿਰਪਾ ਦਾ ਜਦੋਂ ਪਾਤਰ ਬਣਿਆ, ਉਦੋਂ ਗੁਰੂ ਨੇ ਉਸ ਨੂੰ ਆਪਣੇ ਵਰਗਾ ਹੀ ਬਣਾ ਲਿਆ। ਭਾਵੇਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਜੀਵਨ ਅਸੀਂ ਪੜ੍ਹੀਏ, ਜਦੋਂ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਆਪਣੇ ਅੰਤਿਮ ਸਮੇਂ ਵਿੱਚ ਸਨ, ਤਾਂ ਕਿਸੇ ਨੇ ਕਿਹਾ ਵੀ ਆਪ ਜੀ ਦੀ ਗੌਰ ਬਣਾਈਏ ਕਿ ਮੜੀ ਬਣਾਈਏ, ਤੇ ਗੁਰੂ ਸਾਹਿਬ ਜੀ ਦੇ ਬਚਨ ਸਨ, ਬਾਬਾ ਨਾ ਮੜੀ ਨਾ ਗੌਰ, ਗੁਰ ਅੰਗਦ ਕੇ ਹੀਏ ਬਸੈ। ਉੱਤਮ ਪੰਥ ਕਿਉਂ ਹੈ ਕਿ ਜੋ ਮੁਰੀਦ ਸੀ ਉਹਦੇ ਅੰਦਰ ਹੀ ਆਪਣਾ ਆਪਾ ਉਧੇਲ ਦਿੱਤਾ। ਤੇ ਜਦੋਂ ਇਸ ਧਰਮ ਦੀ ਸੰਪੂਰਨਤਾ ਕੀਤੀ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵੀ ਉਹੀ ਸ਼ਬਦ ਦੁਹਰਾਏ, ਬਸ ਅਲਫਾਜ਼ ਨਵੇਂ ਸਨ। ਭਾਵ ਉਹੀ ਸੀ, ਖਾਲਸਾ ਮੇਰੋ ਸਤਿਗੁਰ ਪੂਰਾ, ਖਾਲਸਾ ਮੇਰੋ ਸੱਜਣ ਸੂਰਾ। ਤੇ ਬਚਨ ਕੀਤੇ ਸਨ, ਖਾਲਸੇ ਮੈਂ ਹੂੰ ਕਰੂੰ ਨਿਵਾਸ, ਮੈਂ ਆਪਣਾ ਨਿਵਾਸ ਖਾਲਸੇ ਦੇ ਵਿੱਚ ਹੀ ਕੀਤਾ ਹੈ। ਇਸ ਕਰਕੇ ਇਹ ਉੱਤਮ ਪੰਥ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਇਸ ਪੰਥ ਲਈ, ਆਪਣੇ ਪਿਆਰਿਆਂ ਲਈ ਸਾਰਾ ਕੁਝ ਵਾਰਿਆ, ਅਸੀਂ ਉਹਨਾਂ ਦਾ ਇਹ ਰੂਪ ਤਾਂ ਦੇਖਦੇ ਹਾਂ ਕਿ ਉਹਨਾਂ ਨੇ ਸ਼ਮਸ਼ੀਰ ਪਕੜੀ, ਜ਼ਾਲਮ ਦਾ ਮੂੰਹ ਤੋੜਿਆ, ਅਨੇਕਾਂ ਜੰਗਾਂ ਯੁੱਧਾਂ ਦੇ ਵਿੱਚ ਜੂਝੇ, ਦੁਸ਼ਮਣ ਨੂੰ ਸਦਾ ਹੀ ਉਹਨਾਂ ਨੇ ਪਰਾਜਿਤ ਕੀਤਾ। ਪਰ ਜੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਹਿਰਦਾ ਦੇਖੀਏ ਵੀ ਕਿੰਨਾ ਕੋਮਲ ਸੀ, ਕਿੰਨਾ ਪਿਆਰ ਵਾਲੇ ਸਨ ਉਹ। ਇੱਕ ਯੋਧੇ ਦਾ ਹਿਰਦਾ ਕੋਮਲ ਹੋਣਾ ਬੜੀ ਔਖੀ ਗੱਲ ਹੈ। ਸੰਸਾਰੀ ਯੋਧਾ ਹੋਵੇ, ਸ਼ਸਤਰਧਾਰੀ ਹੋਵੇ, ਉਨਾ ਹੀ ਅੰਦਰੋਂ ਕਠੋਰ ਹੋ ਜਾਂਦਾ ਹੈ। ਪਰ ਗੁਰਦੇਵ ਜੀ ਦਾ ਹਿਰਦਾ, ਜਿੰਨੇ ਉਹ ਯੋਧੇ ਹਨ ਉਤਨਾ ਹੀ ਉਹਨਾਂ ਦਾ ਹਿਰਦਾ ਅੰਦਰੋਂ ਕੋਮਲ ਹੈ। ਜਦੋਂ ਅੱਲਾ ਯਾਰਖਾਂ ਜੋਗੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸਿਫਤ ਕਰਦਾ ਹੈ ਨਾ, ਯਾਦ ਰੱਖਿਓ ਵੀ ਪੰਥ ਕਿਉਂ ਉੱਤਮ ਹੈ। ਉਹ ਪੰਥ ਜਿਹੜਾ ਪ੍ਰਭੂ ਦੇ ਨਾਲ ਮਿਲਾਪ ਕਰਵਾਉਂਦਾ ਹੈ। ਗੁਰੂ ਨਾਨਕ ਦਾ ਘਰ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਦਰ ਕਿਉਂ ਉੱਤਮ ਹੈ? ਕਿਉਂਕਿ ਗੁਰਦੇਵ ਜੀ ਨੇ ਜੋ ਸਤਿਕਾਰ, ਜੋ ਅਦਬ ਆਪਣੇ ਮੁਰੀਦਾਂ ਨੂੰ, ਆਪਣੇ ਪਿਆਰਿਆਂ ਨੂੰ ਦਿੱਤਾ ਹੈ, ਦੁਨੀਆ ਦੀ ਤਵਾਰੀਖ ਵਿੱਚ ਕਿਸੇ ਹੋਰ ਧਰਮ ਵਿੱਚ ਆਪ ਜੀ ਨੂੰ ਨਹੀਂ ਮਿਲੇਗਾ। ਮੁਰੀਦਾਂ ਨੂੰ ਆਪਣਾ ਰੂਪ ਬਣਾ ਲੈਣਾ, ਆਪਣੇ ਨਾਲ ਬਿਠਾ ਲੈਣਾ ਬੜੀ ਔਖੀ ਵਾਰਤਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸਿਫਤ ਲਿਖਦਿਆਂ ਅੱਲਾ ਯਾਰਖਾਂ ਜੋਗੀ ਜੀ ਕਹਿੰਦੇ ਨੇ, ਸਭ ਤੋਂ ਪਹਿਲਾਂ ਵੇਖੋ ਕਿੱਡੀ ਵੱਡੀ ਉਹ ਗੱਲ ਕਰਦੇ ਨੇ, ਕਹਿੰਦੇ ਕਰਤਾਰ ਕੀ ਸੌਗੰਧ ਹੈ, ਨਾਨਕ ਕੀ ਕਸਮ ਹੈ, ਜਿਤਨੀ ਵੀ ਹੋ ਤਾਰੀਫ ਗੋਬਿੰਦ ਕੀ ਉਹ ਕਮ ਹੈ।
ਕਹਿੰਦੇ ਸਭ ਤੋਂ ਵੱਡੀ ਗੱਲ ਤੇ ਵੀ ਮੈਂ ਜਿੰਨੀ ਮਰਜ਼ੀ ਸਿਫਤ ਕਰ ਲਵਾਂ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮੈਂ ਸਿਫਤ ਨਹੀਂ ਕਰ ਸਕਦਾ। ਹਰ ਚੰਦ ਭਾਵਾਂ ਕੀ ਕਹਿੰਦੇ, ਹਰ ਚੰਦ ਮੇਰੇ हाथ में पुरजोर कलम है, सतगुर के लिखूं वसब क्या ताबे रकम है। एक आंख से बुलबुला कुल बहर को देखे, साहिल को या मंझधार को या लाहिर को देखे। कहते मेरी कलम तो एक अख वाली है, भाव एक तरफा देखेगी। की मैं बयान करा, गुरु गोबिंद सिंह महाराज सच्चे पातशाह जी की बहादुरी बयान करा, उन्हां दी रहमदिली बयान करा, उन्हां दी अपने अंदर शिखरता दी भगती बयान करा। किन्ने वड्डे भगत सन वो अकाल पुरख वाहिगुरू दे, किन्नी वड्डी उन्हां दे अंदर समर्पण दी भावना सी कि अपना आपा अपना परिवार उन्हां ने वार दिता, समर्पण कर दिता। कहंदे इस अख दे नाल एक कलम दे नाल मैं गुरु गोबिंद सिंह महाराज सच्चे पातशाह जी दी की सिफत करा। भगती विच भी गुरु गोबिंद सिंह महाराज शिखर हन, दान विच भी गुरु गोबिंद सिंह महाराज शिखर हन, बहादुरी विच भी गुरु गोबिंद सिंह महाराज सच्चे पातशाह जी शिखर हन। इस करके कहंदे एक आंख से बुलबुला कुल बहर को देखे, किड्डे को वड्डे दरिया नूं अख दे नाल बंदा देख लेगा, उहदियां लहरां देखेगा, उहदे किनारे देखेगा जां उहदी गहराई नूं देखेगा। इस करके कहंदे इंसाफ करे जी में जमाना तो यकीन है, कह दे के गुरु गोबिंद का सानी ही नहीं है। यह प्यार मुरीदों से यह शफकत भी कहीं है, भक्ति में गुरु अर्श और संसार जमी है। कहंदे जे कोई जमाने विच जीव इंसाफ करन दा हिया करे ते उन्हों कहना पेगा कि गुरु गोबिंद सिंह महाराज सच्चे पातशाह जी दा सानी उन्हां दे मुकाबले दा दुनिया विच कोई होर गुरदेव नहीं, क्योंकि उन्हां दा रुतबा उन्हां दा मरातबा भगती में गुरु अर्श संसार जमी है। कहंदे भगती विच गुरु अर्श दे बराबर है, उन्हां वर्गा शिखर दा कोई भगत नहीं, ते संसार जमी ते है, संसार उन्हां तो नीवा है। भक्ति में गुरु अर्श संसार जमी है। कहंदे उल्फत के ये जज्बे नहीं कहीं देखे हमने। उल्फत कहंदे प्यार, कहंदे प्यार इन्ना अपने मुरीदां नाल ऐसा जज्बा सी किथे नहीं देखिया। उल्फत के ये जज्बे नहीं देखे हमने कहीं, है देखना एक बात सुने भी नहीं हमने। कहंदे वेखना ते वड्डी गल है, असी तां किते सुने भी नहीं कि ऐसा प्यार गुरु ने अपने मुरीदां नाल कीता। कैसा प्यार? सवाल होएगा भी की प्यार कीता गुरु साहब जी ने अपने मुरीदां नाल? छाती नाल लाया होएगा, अपने नाल बिठाया होएगा, इतना को सत्कार, इतना को प्यार, एक वड्डी वारता ने। पर अल्लाह यार खां जोगी देखो दी सुरत किन्नी कमाल दी सी। उन्हें जो दृश्य बयान कीते ने इउं बयान कीते ने जिवें वो हाज़र सी। जदों चमकौर दी गढ़ी दे दृश्य नूं बयान करदा है, कहंदे जदों सतगुरु गुरु गोबिंद सिंह महाराज सच्चे पातशाह चमकौर दी गढ़ी विच आए, सिखां ने दतार पिता महाराज जी दे नाल संध्या दा दीवान सजाया, उस तो बाद खैमे बनाए जिवें दे बने, ते सारे मुरीद सेवक कुछ पहरा देन लग गए, कुछ अपना गुरदेव पिता महाराज जी दा हुक्म पा करके गढ़ी दे विच जिथे जिथे थां मिली उत्थे उत्थे आराम लई चले गए। जो उन्हां दे बचन ने कि कुछ लेट गए खाक पे जी पोश बिछाकर, पहरा देने लगे कई तलवार उठाकर, गोविंद भी शब्बास हुए खैमे में जाकर, देखा तो वहां बैठे थे गर्दन को झुकाकर, वाह गुरु था मुंह से निकलता है, तू ही तू था मुंह से निकलता। कहंदे गुरुदेव जी परमात्मा दे स्वरूप सतगुरु जी उस परमात्मा नाल एक मिक ने सिंह आराम पे करदे ने। किन्ना प्यार सी मुरीदां नाल। जदों सतगुरु जी 1.5 कु घड़ी रात बीत गई ते अपने खैमे तो बाहर आए। जब 1.5 घड़ी रात बीती जिक्रे खुदा में, खैमे से निकल आए सरकार हवा में, कदमों से टहलते थे मगर दिल था दुआ में, उदों कदमां दे नाल तां टहलदे ने पर हिरदा उस मालिक दी रजा विच है। उत्थे अपने मुरीद पए हुए वेखे, सिख पए हुए वेखे जिन्हां ने छोटे दस्तारे सजाए सन। इन्हां कु रजवी नींद उत्थे चमकौर दी गढ़ी विच ओ सिंह सुत्ते जिन्हां कल नूं जूझना सी।
ਮਾਂ ਕਵੀ ਜੀ ਆਖਦੇ ਨੇ ਕਿ ਕਈਆਂ ਦੇ ਦਸਤਾਰੇ ਖੁੱਲੇ ਸਨ ਸੁੱਤਿਆਂ, ਤੇ ਕਈਆਂ ਨੇ ਜਦੋਂ ਸਰਾਣੇ ਜਿਹੜੇ ਬਣਾਏ ਸਨ ਉਹ ਘੋੜਿਆਂ ਦੀਆਂ ਕਾਠੀਆਂ ਸਨ, ਜ਼ੀਨ ਸਨ, ਪਰ ਸੁੱਤਿਆਂ ਜਦੋਂ ਪਾਸੇ ਲਏ ਉਹ ਕਾਠੀਆਂ ਤੋਂ ਸਿਰ ਸਰਕ ਗਏ। ਕਈਆਂ ਦੇ ਕੇਸ ਜਿਹੜੇ ਸਨ ਪਵਿੱਤਰ ਕੇਸ, ਉਹਨਾਂ ਨੂੰ ਕਿਤੇ ਕਿਤੇ ਮਿੱਟੀ ਦੇ ਕਣ ਧੂੜ ਲੱਗ ਗਈ। ਪਰ ਜਦੋਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕੋਲੋਂ ਦੀ ਗੁਜ਼ਰਦੇ ਨੇ, ਸਾਫੇ ਕਭੀ ਸਿੰਘੋਂ ਕੇ ਉਠਾਤੇ ਥੇ ਜ਼ਮੀਨ ਸੇ, ਕਹਿੰਦੇ ਮੁਰੀਦ ਦੇ ਸਾਫਾ, ਮੁਰੀਦ ਦੇ ਸੇਵਕ ਬਣ ਗਏ ਧੰਨ ਗੁਰੂ ਗੋਬਿੰਦ ਸਿੰਘ। ਇਸ ਕਰਕੇ ਕਹਿੰਦੇ ਐਸੇ ਜਜ਼ਬੇ ਮੁਹੱਬਤ ਦੇ, ਐਸੇ ਜਜ਼ਬੇ ਪਿਆਰ ਦੇ ਇੱਕ ਗੁਰੂ ਦੇ ਆਪਣੇ ਮੁਰੀਦ ਨਾਲ ਸ਼ਾਇਦ ਹੀ ਕਿਤੇ ਸੁਣਨ ਨੂੰ, ਕਿਤੇ ਦੇਖਣ ਨੂੰ ਮਿਲਣ। ਕਹਿੰਦੇ ਸਾਫੇ ਕਭੀ ਸਿੰਘੋਂ ਕੇ ਉਠਾਤੇ ਥੇ ਜ਼ਮੀਨ ਸੇ, केस उसके जो झाड़े ली खाक उसी की जबी से। साफे ही नहीं चुके, सिखां दे केस झाड़े, जो मिट्टी जो खाक केस नूं लगी सी, वो खाक गुरदेव पिता महाराज ने अपनी जबी, जबी कहंदे आ मस्तक नूं, अपने मस्तक नूं लाई कि ये मेरे प्यारे हन, ये मेरे सेवक हन। केस उसके जो झाड़े ली खाक उसी की जबी से, सर ठीक किए सरके हुए बालशें जी से, तरतीब दी हर चीज को ला ला के कहीं से। हाशा किसी मुर्शद में ये इसार नहीं है, किसी पीर में ये प्यार जिनहार नहीं है। हाशा कहते हैं सचमुच ये गल यकीनन है, किसी भी प्यारे दे अंदर, किसी भी पीर अंदर, किसी भी पैगंबर अंदर ऐसा प्यार देखने को मिलेगा नहीं। हाशा किसी मुर्शद में ये प्यार नहीं, इसार नहीं है। इसार कहते हैं नेक दिली, दरिया दिली, मेहरबानी वाला सुभाव, कि इन्ने मेहरबान हो गए अपने प्यारियां दे, अपने मुरीदां दे केस झाड़दे ने, उन्हां दे साफे चुकदे ने, उन्हां दे सिर ठीक करदे ने। तरतीब दी हर चीज को ला ला के कहीं से, हर चीज नूं, जे किसी दा शस्त्र उहदे तो थोड़ा दूर है, सतगुरु जी उहदी सिरी साहब उहदा शस्त्र उहदे पास रखदे ने, उहदे केसां दे पास उहदा दस्तारा रखदे ने। इस तरह गुरदेव पिता महाराज धन गुरु गोबिंद सिंह सच्चे पातशाह जी अपने मुरीदां दी सेवा विच समां बतीत करदे ने। इस करके कवि जी नूं कहना पिया कि जे इंसाफ करे जमाना ते उन्होंने कहना पएगा कि धन गुरु गोबिंद सिंह महाराज सच्चे पातशाह वर्गा संसार ते कोई पैगंबर नहीं, गुरु गोबिंद सिंह महाराज सच्चे पातशाह वर्गा कोई मुर्शद नहीं, उन्हां वर्गा कोई भगत नहीं, उन्हां वर्गा कोई जोधा नहीं। जोधे दी गल असीं तां यही सोचदे आ ना भी वो सूरमा जिहड़ा शस्त्र नाल मार दे, पर गुरु गोबिंद सिंह महाराज सच्चे पातशाह जी तां वो सूरमे सन जिन्हां तेग तां वाही, कई जालमां नूं तेग दी चंडी दी भेट कीता, पर जदों वड्डे जालम नूं मारन दी गल आई ते सतगुरां ने अपने शब्दां दे बोलां नाल ही, अपने शब्दां दे तीरां नाल ही वड्डे जालम औरंगजेब नूं मार दिता। जफरनामा गुरु गोबिंद सिंह महाराज सच्चे पातशाह जी दी जित दा डंका वजांदा है, वो नरसिंघा है जफरनामा जो गुरु गोबिंद सिंह महाराज सच्चे पातशाह जी दी जित दा प्रतीक है। क्योंकि दुनिया दे लोग जेतू उसनूं मनदे ने जिहड़ा माल असबाब ते कब्जा कर ले, जो जमीन ते माल असबाब ते कब्जा कर ले, जो किसी नूं बंदी बना ले। पर गुरुदेव पिता महाराज ने जदों औरंगजेब नूं जफरनामा लिखिया ते उन्होंने ये बोल कहे, किते तू सोचदा होएगा कि अज गुरु गोबिंद सिंह कोल फौजा नहीं रहियां, घोड़े नहीं रहे, सिंह नहीं रहे, साजो समान नहीं रहा ते मैं जेतू करार हो गया। पर औरंगजेब तेरा भलेखा है, क्योंकि तेरी नजर तुरागर नजर अस्त लश्कर व जर कि मारा निगाह अस्त यजदा शुक्र, कि तेरी निगाह ते सिर्फ इन्हां गल्लां ते है कि मेरे कोल बड़ा वड्डा लश्कर है, मेरे कोल बड़ी वड्डी फौज है, मेरे कोल बड़ा वड्डा मालो असबाब है। पर कहन लगे जे तेरी नज़र इस चीज़ ते है तां मेरी नज़र किदे ते है? मेरी नज़र सदा अकाल पुरख वाहिगुरू दे शुक्र विच है, मेरी सुरत सदा उहदे शुक्र विच है। तुरागर नजर अस्त लश्कर व जर के मारा निगाह अस्त यजदा शुक्र,
ਤੋਰਾ ਗਰ ਗਰੂਰ ਬਰ ਮੁਲਕੋ ਮਾਰ ਕਿ ਮਾਰਾ ਨਿਗਾਸ ਯਜਦਾ ਅਕਾਲ। ਕਿ ਤੇਰੀ ਤੇ ਨਜ਼ਰ ਤੈਨੂੰ ਤੇ ਗਰੂਰ ਹੈ ਕਿ ਮੇਰੇ ਕੋਲ ਬੜਾ ਸੋਹਣਾ ਮੁਲਕ ਹੈ, ਬੜਾ ਸੋਹਣਾ ਮਾਲੋ ਸ਼ੌਕਤ ਹੈ, ਪਰ ਮੇਰੀ ਨਜ਼ਰ, ਮੇਰੀ ਸੁਰਤ, ਮੇਰੀ ਸੋਚ ਉਸ ਅਕਾਲ ਪੁਰਖ ਵਾਹਿਗੁਰੂ ਦੇ ਭਾਣੇ ਵਿੱਚ ਹੈ, ਉਹਦੀ ਰਜਾ ਵਿੱਚ ਹੈ। ਇਸ ਕਰਕੇ ਤੇਰਾ ਇਹ ਭੁਲੇਖਾ ਹੈ ਕਿ ਤੂੰ ਮੈਨੂੰ ਜਿੱਤ ਲਏਗਾ, ਤੂੰ ਮੈਨੂੰ ਡੁਲਾ ਦੇਂਗਾ। ਭਾਵੇਂ ਮੇਰੇ ਕੋਲ ਸਿੰਘ ਨਹੀਂ ਰਹੇ, ਭਾਵੇਂ ਇਸ ਵਕਤ ਮੇਰੇ ਕੋਲ ਪਰਿਵਾਰ ਨਹੀਂ ਰਿਹਾ, ਪਰ ਫਿਰ ਵੀ ਜਦੋਂ ਗੁਰਦੇਵ ਪਿਤਾ ਮਹਾਰਾਜ ਨੇ ਜ਼ਫਰਨਾਮਾ ਲਿਖਿਆ ਦੀਨੇ ਕਾਂਗੜ ਦੀ ਧਰਤੀ ਤੇ, ਉਸ ਵਕਤ ਤੱਕ ਇਸ ਦਿਨ ਸਤਿਗੁਰਾਂ ਨੇ ਚਮਕੌਰ ਦੀ ਗੜੀ ਛੱਡੀ, ਰਾਤ ਚਮਕੌਰ ਦੀ ਗੜੀ ਛੱਡੀ। ਭਾਈ ਸੰਗਤ ਸਿੰਘ ਜੀ ਨੂੰ ਆਪਣੇ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਲਗੀ ਤੋੜਾ ਦੇ ਕਰਕੇ ਦਤਾਰ ਪਿਤਾ ਮਹਾਰਾਜ ਜੀ ਚਮਕੌਰ ਦੀ ਗੜੀ ਵਿੱਚੋਂ ਨਿਕਲਦੇ ਹਨ, ਪੀਰੇ ਹਿੰਦ ਮੇਰ ਅਵਧ ਦਾ ਹੋਕਾ ਦੇ ਕਰਕੇ। ਭਾਈ ਸੰਗਤ ਸਿੰਘ ਜੀ ਤੇ ਉਹਨਾਂ ਦੇ ਨਾਲ ਦੇ ਸਿੰਘ ਇਸ ਦਿਨ ਸ਼ਹੀਦ ਹੁੰਦੇ ਨੇ। ਜਦੋਂ ਜ਼ਾਲਮਾਂ ਨੇ ਦੇਖਿਆ, ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਕਲਗੀ ਤੋਂ ਪਛਾਣ ਕਰਨੀ ਸੀ ਉਹਨਾਂ ਨੇ, ਜਦੋਂ ਕਲਗੀ ਦੇਖੀ ਤਾਂ ਸੋਚਿਆ ਵੀ ਅਸੀਂ ਗੁਰੂ ਗੋਬਿੰਦ ਸਿੰਘ ਨੂੰ ਮਾਰ ਲਿਆ। ਪਰ ਜਦੋਂ ਨਜ਼ਦੀਕ ਆਏ, ਨੇੜੇ ਆਏ, ਨਿਸ਼ਾਨਦੇਹੀ ਹੋਈ ਤਾਂ ਪਤਾ ਲੱਗਾ ਕਿ ਇੰਨਾ ਘੇਰਾ ਲੰਮਾ ਘੱਤਿਆ, ਇੰਨੀ ਫੌਜ ਮਰਵਾਈ, ਇੰਨਾ ਮੁਲਕ ਮਰਵਾਇਆ, ਪਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਫਿਰ ਵੀ ਸਾਡੇ ਹੱਥੀ ਨਹੀਂ ਆਏ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਚਮਕੌਰ ਦੀ ਗੜੀ ਚੋਂ ਨਿਕਲ ਚੁੱਕੇ ਸਨ। ਦੀਨੇ ਕਾਂਗੜ ਦੀ ਧਰਤੀ ਤੇ ਜਾ ਕਰਕੇ ਜ਼ਫਰਨਾਮਾ ਜਦੋਂ ਸਤਿਗੁਰਾਂ ਨੇ ਲਿਖਿਆ ਸੀ, ਉਸ ਵਕਤ ਤੱਕ ਚਾਰੇ ਲਾਲ ਸ਼ਹੀਦ ਹੋ ਚੁੱਕੇ ਸਨ। ਉਸ ਵਕਤ ਤੱਕ ਮਾਤਾ ਗੁਜਰੀ ਜੀ ਸ਼ਹੀਦ ਹੋ ਚੁੱਕੇ ਸਨ। ਉਸ ਵਕਤ ਤੱਕ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਲੱਖਾਂ ਹੀ ਮੁਰੀਦ ਸ਼ਹੀਦ ਹੋ ਚੁੱਕੇ ਸਨ। ਪਰ ਸਤਿਗੁਰ ਦੀ ਸੁਰਤ ਕਿੰਨੀ ਚੜ੍ਹਦੀ ਕਲਾ ਵਿੱਚ ਸੀ। ਔਰੰਗਜ਼ੇਬ ਨੂੰ ਲਿਖਦੇ ਨੇ, ਨਾ ਸਾਜੋ ਨਾ ਬਾਜੋ ਨਾ ਤਾਜੋ ਨਾ ਤਖਤ। ਕਹਿੰਦੇ ਅੱਜ ਮੇਰੇ ਕੋਲ ਤਖਤ ਨਹੀਂ, ਸਾਜ਼ ਬਾਜ ਨਹੀਂ, ਘੋੜੇ ਹਾਥੀ ਨਹੀਂ, ਪਰ ਖੁਦਾਵੰਦ ਬਖਸ਼ਿੰਦੇ ਐਸ਼ ਅਰਸ਼। ਮੈਨੂੰ ਖੁਦਾ ਨੇ, ਮਾਲਕ ਨੇ ਜੋ ਐਸ਼ ਬਖਸ਼ੀ ਸੀ, ਜੋ ਆਨੰਦ ਬਖਸ਼ਿਆ ਸੀ, ਉਹ ਅੱਜ ਵੀ ਇਸੇ ਤਰ੍ਹਾਂ ਬਰਕਰਾਰ ਹੈ। ਸਾਜੇ ਬਾਜਾਂ ਦੇ ਨਾਲ, ਹਾਥੀ ਘੋੜਿਆਂ ਦੇ ਨਾਲ ਨਾ ਮੈਨੂੰ ਆਨੰਦ ਆਇਆ ਸੀ ਤੇ ਨਾ ਉਹਨਾਂ ਦੇ ਜਾਣ ਦੇ ਨਾਲ ਇਹ ਆਨੰਦ ਚਲਾ ਜਾਏਗਾ। ਕਿਉਂਕਿ ਜੋ ਚੀਜ਼ ਅਸੀਂ, ਜੋ ਸੁੱਖ ਅਸੀਂ ਦੁਨੀਆ ਦੀਆਂ ਬਾਹਰੀ ਚੀਜ਼ਾਂ ਤੋਂ ਮਾਣਦੇ ਹਾਂ ਜਾਂ ਭਰਮ ਪਾਲਦੇ ਹਾਂ, ਜਦੋਂ ਉਹ ਚੀਜ਼ਾਂ ਸਾਡੇ ਤੋਂ ਦੂਰ ਹੁੰਦੀਆਂ ਨੇ, ਉਹ ਆਪਣਾ ਸਕੂਨ, ਆਪਣਾ ਸੁੱਖ ਵੀ ਨਾਲ ਲੈ ਜਾਂਦੀਆਂ ਨੇ। ਉਹਦੀ ਥਾਂ ਤੇ ਫਿਰ ਪੀੜਾ, ਦੁੱਖ, ਗਮ ਰਹਿ ਜਾਂਦਾ ਹੈ। ਕਿਉਂਕਿ ਜੋ ਬਾਹਰ ਦੀਆਂ ਚੀਜ਼ਾਂ ਤੋਂ ਮਿਲਿਆ ਤੇ ਬਾਹਰ ਦੀਆਂ ਚੀਜ਼ਾਂ ਨੇ ਤੇ ਵਿਛੜਨਾ ਹੈ, ਦੂਰੀ ਬਣਨੀ ਹੈ। ਇਸ ਕਰਕੇ ਦਾਤਾ ਜੀ ਕਹਿੰਦੇ, ਨਾ ਉਹਨਾਂ ਵਸਤੂਆਂ ਨਾਲ ਮੈਨੂੰ ਆਨੰਦ ਆਇਆ ਸੀ ਤੇ ਨਾ ਉਹਨਾਂ ਦੇ ਜਾਣ ਨਾਲ ਮੇਰੇ ਆਨੰਦ ਵਿੱਚ ਕੋਈ ਫਰਕ ਪਿਆ ਹੈ। ਨਾ ਸਾਜੋ ਨਾ ਬਾਜੋ ਨਾ ਫੌਜੋ ਨਾ ਫਰਸ਼, ਖੁਦਾਵੰਦ ਬਖਸ਼ਿੰਦੇ ਐਸ਼ ਅਸ। ਖੁਦਾ ਨੇ ਮੈਨੂੰ ਐਸ਼ ਬਖਸ਼ੀ ਹੈ, ਆਨੰਦ ਬਖਸ਼ਿਆ ਹੈ। ਤੇਰੇ ਵਰਗਾ ਚਲਾਕ ਕਾਂ ਮੇਰੇ ਉਸ ਆਨੰਦ ਨੂੰ ਚੁਰਾ ਨਹੀਂ ਸਕਦਾ, ਕਿਉਂਕਿ ਮੇਰੇ ਉੱਤੇ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਾਇਆ ਹੈ। ਇਹ ਜ਼ਫਰਨਾਮੇ ਦੇ ਸ਼ੇਰ ਨੇ ਜੋ ਗੁਰੂ ਸਾਹਿਬ ਜੀ ਨੇ ਔਰੰਗਜ਼ੇਬ ਨੂੰ ਲਿਖੇ, ਜਿਹਦੇ ਨਾਂ ਤੋਂ ਦੁਨੀਆ ਕੰਬਦੀ ਸੀ, ਜਿਹਦਾ ਨਾਂ ਲਿਆ ਵੀ ਦੁਨੀਆ ਦੇ ਅੰਦਰ ਕੰਬਣੀ ਸ਼ੁਰੂ ਹੋ ਜਾਂਦੀ ਸੀ। ਤੇ ਗੁਰੂ ਸਾਹਿਬ ਉਸ ਨੂੰ ਚਲਾਕ ਕਾਂ, ਕਮਜ਼ੋਰ ਗਿੱਦੜ, ਸ਼ਾਤਰ ਲੋਂਬੜ ਇਹ ਸ਼ਬਦਾਂ ਨਾਲ ਮੁਖਾਤਿਬ ਹੁੰਦੇ ਨੇ ਤੇ ਕਹਿੰਦੇ ਮੇਰੇ ਤੇ ਤਾਂ ਅਕਾਲ ਪੁਰਖ ਵਾਹਿਗੁਰੂ ਦਾ ਸਾਇਆ ਹੈ। ਹੁਮਾਰਾ ਕਸਾ ਸਾਇਆ ਆਇਦ ਬਜ਼ੇਰ, ਬਰੋ ਦਸਤ ਦਾਰਦ ਨਾ ਜਾਗੇ ਦਲੇਰ। ਕਹਿੰਦੇ ਤੇਰੇ ਵਰਗੇ ਕਾਂ ਮੇਰਾ ਕੁਝ ਨਹੀਂ ਵਿਗਾੜ ਸਕਦੇ, ਕਿਉਂਕਿ ਹੁਮਾ ਰੂਪੀ ਅਕਾਲ ਪੁਰਖ ਵਾਹਿਗੁਰੂ ਦਾ ਸਾਇਆ ਮੇਰੇ ਉੱਤੇ ਹੈ। ਹੁਮਾ ਇੱਕ ਪੰਛੀ ਮੰਨਿਆ ਗਿਆ ਹੈ ਕਿ ਜਿਹਦੇ ਉੱਤੋਂ ਦੀ ਉਹ ਲੰਘ ਜਾਏ ਉਸ ਨੂੰ ਬਾਦਸ਼ਾਹੀ ਨਸੀਬ ਹੁੰਦੀ ਹੈ। ਪਰ ਗੁਰੂ ਸਾਹਿਬ ਜੀ ਕਹਿੰਦੇ ਮੇਰੇ ਲਈ ਹੁਮਾ ਤੇ ਉਹ ਅਕਾਲ ਪੁਰਖ ਵਾਹਿਗੁਰੂ ਹੈ। ਇਸ ਕਰਕੇ ਤੇਰੀ ਔਕਾਤ ਕੀ ਹੈ? ਨਾ ਇਮਾਮ ਪ੍ਰਸਤੀ, ਨਾ ਉਜ਼ਾਏ ਦੀਨ, ਨਾ ਸਾਹਿਬ ਸਨਾਸੀ, ਨਾ ਮੁਹੰਮਦ ਯਕੀਨ। ਕਹਿੰਦੇ ਨਾ ਤੈਨੂੰ ਈਮਾਨ ਤੇ ਭਰੋਸਾ ਹੈ, ਨਾ ਤੈਨੂੰ ਆਪਣੇ ਹਜ਼ਰਤ ਮੁਹੰਮਦ ਸਾਹਿਬ ਤੇ ਭਰੋਸਾ ਹੈ, ਨਾ ਹੀ ਤੂੰ ਇਨਸਾਫ ਪਸੰਦ ਹੈ। ਆਪਣੇ ਆਪ ਨੂੰ ਸਮਝਦਾ ਤੇ ਹੈ ਕਿ ਤੂੰ ਔਰੰਗਜ਼ੇਬ ਹੈ। ਔਰੰਗਜ਼ੇਬ ਉਹਦਾ ਤਖੱਲਸ ਸੀ। ਔਰੰਗਜ਼ੇਬ ਦਾ ਅਰਥ ਹੁੰਦਾ ਹੈ, ਜ਼ੇਬ ਫਾਰਸੀ ਵਿੱਚ ਸ਼ੋਭਾ ਨੂੰ ਕਹਿੰਦੇ ਨੇ। ਔਰੰਗ ਦਾ ਅਰਥ ਹੈ ਤਖਤ। ਉਹ ਇਨਸਾਨ ਜਿਹੜਾ ਤਖਤ ਤੇ ਬਹੇ ਤੇ ਤਖਤ ਦੀ ਸ਼ੋਭਾ ਵਧਾ ਦੇ।
ਪਰ ਗੁਰੂ ਸਾਹਿਬ ਜੀ ਕਹਿੰਦੇ ਕਦੀ ਆਪਣੇ ਕਰਮਾਂ ਵੱਲ ਝਾਤੀ ਮਾਰ ਕਿ ਤਖਤ ਤੇ ਬੈਠ ਕੇ ਤੂੰ ਤਖਤ ਦੀ ਸ਼ੋਭਾ ਵਧਾਈ ਹੈ ਕਿ ਤਖਤ ਨੂੰ ਕਲੰਕਿਤ ਕੀਤਾ ਹੈ। ਨਾ ਤੁਰਾ ਨਾਮ ਔਰੰਗਜ਼ੇਬਾ ਨੇ ਯਾਦ ਫਰੇਬ। ਕਹਿੰਦੇ ਤੈਨੂੰ ਤੇ ਇਹ ਨਾਮ ਸ਼ੋਭਦਾ ਹੀ ਨਹੀਂ, ਕਿਉਂਕਿ ਔਰੰਗਜ਼ੇਬ ਜੋ ਤਖਤ ਦੀ ਸ਼ੋਭਾ ਵਧਾਉਂਦਾ ਹੈ, ਪਰ ਤੂੰ ਤਾਂ ਤਖਤ ਨੂੰ ਕਲੰਕਿਤ ਕੀਤਾ ਹੈ। ਆਪਣੇ ਪਿਤਾ ਨੂੰ ਮਾਰ ਕੇ ਤਖਤ ਨਸੀਬ ਹੋਇਆ ਤੈਨੂੰ, ਆਪਣੇ ਭਰਾ ਦਾਰਾ ਸ਼ਿਕੋ ਵਰਗਿਆਂ ਦਰਵੇਸ਼ਾਂ ਨੂੰ ਮਾਰ ਕੇ ਤੂੰ ਤਖਤ ਲਿਆ ਤੇ ਕਹਿਣਗੇ ਤਖਤ ਦੀ ਸ਼ੋਭਾ ਹੈ। ਜੋ ਤਖਤ ਆਪਣੀ ਲਿਆਕਤ ਨਾਲ ਮਿਲੇ ਉਹ ਇਨਸਾਨ ਤਾਂ ਤਖਤ ਦੀ ਸ਼ੋਭਾ ਵਧਾਉਂਦਾ ਹੈ, ਪਰ ਜਿਹੜਾ ਇਨਸਾਨ ਚਲਾਕੀਆਂ, ਜ਼ੁਲਮ, ਪਾਪ, ਸਿਤਮ ਕਰਕੇ ਕਿਸੇ ਰਾਜ ਗੱਦੀ ਤੇ ਬੈਠੇ, ਕਿਸੇ ਤਖਤ ਤੇ ਬੈਠੇ, ਉਹ ਤਖਤ ਨਸੀਂ, ਉਹ ਤਖਤ ਦੀ ਸ਼ੋਭਾ ਨਹੀਂ ਵਧਾ ਸਕਦਾ। ਇਸ ਕਰਕੇ ਸਿਆਸਤਦਾਨ ਲੋਕ, ਉਹ ਲੋਕ ਅੱਜ ਵੀ ਸਾਵਧਾਨ ਹੋਣ ਜਿਹੜੇ ਸਿਆਸਤਾਂ ਕਰਕੇ, ਇਹ ਸੋਚ ਕਰਕੇ ਵੀ ਅਸੀਂ ਸਿਆਸਤੀ ਗੱਦੀ ਤੇ ਬੈਠਾਂਗੇ, ਤਖਤ ਤੇ ਬੈਠਾਂਗੇ, ਉਹਦੇ ਲਈ ਭਾਵੇਂ ਜੋ ਕੁਝ ਮਰਜ਼ੀ ਕਰਨਾ ਪਏ। ਧਾਰਮਿਕ ਦੁਆਰਿਆਂ ਨੂੰ ਇੱਥੋਂ ਤੱਕ ਪਾਕ ਪਵਿੱਤਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਤੱਕ ਉਹਨਾਂ ਨੇ ਆਪਣੇ ਨਾਪਾਕ ਹੱਥ ਪਾਏ। ਇਰਾਦਾ ਕੀ ਹੈ? ਬਸ ਤਖਤਾਂ ਦਾ ਰੌਲਾ ਹੈ, ਗੱਦੀਆਂ ਦਾ ਰੌਲਾ ਹੈ, ਸਿਆਸਤਾਂ ਦਾ ਰੌਲਾ ਹੈ। ਰੱਜ ਰੱਜ ਕਰੀਏ ਸਿਆਸਤਾਂ, ਰੱਜ ਰੱਜ ਕਰੀਏ ਵੱਡੇ ਕਰਮ, ਪਰ ਕੋਈ ਵੀ ਕਰਮ ਕਰਨਾ ਹੈ ਉਸ ਕਰਮ ਨੂੰ ਕਰਦਿਆਂ ਹੋਇਆਂ ਅਯੋਗ ਢੰਗ ਨਾ ਵਰਤੀਏ, ਅਯੋਗ ਨੀਤੀ ਨਾ ਵਰਤੀਏ। ਉਹ ਕਦੀ ਵੀ ਮਨੁੱਖ ਦੇ ਹੱਥ ਵਿੱਚ ਲੰਮਾ ਸਮਾਂ ਚੀਜ਼ਾਂ ਨਹੀਂ ਰਹਿੰਦੀਆਂ ਜਿਹੜੀਆਂ ਅਯੋਗਤਾ ਨਾਲ ਹਾਸਲ ਕੀਤੀਆਂ ਜਾਣ। ਅੱਜ ਸਿਆਸਤਦਾਨ ਲੋਕ ਗੁਰੂ ਸਾਹਿਬ ਜੀ ਦੇ ਪਾਵਨ ਪਵਿੱਤਰ ਦਰ ਦੀ ਮਰਿਆਦਾ ਨੂੰ ਵੀ ਆਪਣੇ ਹੱਥਾਂ ਵਿੱਚ ਲੈ ਰਹੇ ਨੇ, ਪਾਵਨ ਦਰ ਦੀ ਮਰਿਆਦਾ ਦਾ ਵੀ ਘਾਣ ਕਰਨ ਦਾ ਹੀਆ ਕਰ ਰਹੇ ਨੇ। ਧਾਰਮਿਕ ਦੁਆਰਿਆਂ ਦੇ ਘਾਣ ਕਰਨ ਦਾ ਕਾਰਨ ਕੀ ਹੈ? ਕਿਉਂਕਿ ਧਾਰਮਿਕ ਅਸਥਾਨਾਂ ਦੇ ਨਾਲ, ਜਿਵੇਂ ਸਿੰਘ ਸਾਹਿਬ ਜੀ ਨੇ ਕਿਹਾ, ਭਾਵੇਂ ਉਹ ਗੁਰੂਦੁਆਰੇ ਹੀ ਕਿਉਂ ਨਾ ਹੋਣ, ਮੰਦਿਰ ਮਸਜਿਦ ਕਿਉਂ ਨਾ ਹੋਣ, ਹਰ ਮਨੁੱਖ ਦੀ ਕਿਸੇ ਨਾ ਕਿਸੇ ਧਾਰਮਿਕ ਸਥਾਨ ਤੇ ਆਸਥਾ ਜੁੜੀ ਹੋਈ ਹੈ। ਤੇ ਜਦੋਂ ਕਿਸੇ ਧਾਰਮਿਕ ਦੁਆਰੇ ਤੇ ਹਮਲਾ ਹੁੰਦਾ ਹੈ, ਇਹਦਾ ਸਿੱਧਾ ਅਰਥ ਹੈ ਵੀ ਉਹਦੀ ਸ਼ਰਧਾ ਤੇ ਉਹਦੀ ਆਸਥਾ ਤੇ ਹੱਲਾ ਹੋਏਗਾ। ਮਨੁੱਖ ਤੌਖਲਾ ਜਾਏਗਾ, ਬੌਖਲਾ ਜਾਏਗਾ। ਤੇ ਸਿਆਸਤਦਾਨ ਲੋਕ ਕੀ ਕਰਦੇ ਨੇ? ਫਿਰ ਉਹਨੂੰ ਆਪਣੇ ਢੰਗ ਨਾਲ ਵਰਤਦੇ ਨੇ। ਜੀ ਦੇਖੋ, ਜੇ ਗੁਰੂਦੁਆਰਿਆਂ 'ਚ ਹੱਲਾ ਹੋਇਆ ਇਹ ਕਿਸੇ ਹਿੰਦੂ ਨੇ ਕਰਾਇਆ ਹੋਣਾ, ਇਹ ਕਿਸੇ ਮੁਸਲਮਾਨ ਨੇ ਕਰਾਇਆ ਹੋਣਾ। ਜੇ ਮਸਜਿਦਾਂ ਵਿੱਚ ਹੱਲਾ ਹੋਇਆ ਤੇ ਉਹਨਾਂ ਕਹਿ ਦੇਣਾ, ਕਿਉਂਕਿ ਸਾਡੇ ਦਿਮਾਗਾਂ ਵਿੱਚ ਇਹ ਵਿਚਾਰ ਭਰਨੇ ਨੇ ਨਾ ਕਿ ਇਹ ਕਿਸੇ ਹਿੰਦੂ ਨੇ ਕੀਤਾ ਹੋਣਾ ਜਾਂ ਸਿੱਖ ਨੇ ਕੀਤਾ ਹੋਣਾ। ਜੇ ਮੰਦਿਰਾਂ 'ਚ ਹੋਇਆ ਤੇ ਮੁਸਲਮਾਨਾਂ ਦਾ ਨਾਂ ਲੱਗ ਜਾਏਗਾ। ਪਰ ਅੱਲਾ ਯਾਰਖਾਂ ਜੋਗੀ ਕਹਿੰਦਾ ਹੈ, ਇਹ ਧਾਰਮਿਕ ਝਗੜਿਆਂ ਤੋਂ ਉੱਤੇ ਉੱਠੀਏ। ਸਿਆਸਤਦਾਨ ਲੋਕ ਜੋ ਗੰਦੀ ਰਾਜਨੀਤੀ ਦਾ ਖੇਡ ਖੇਡਦੇ ਨੇ, ਉਹਨਾਂ ਤੁਹਾਨੂੰ ਧਾਰਮਿਕ ਅਦਾਰਿਆਂ ਵਿੱਚ ਹੀ ਤੁਹਾਡੀਆਂ ਆਸਥਾਂ ਤੇ ਚੋਟਾਂ ਮਾਰ ਕੇ ਆਪਣੇ ਹਿੱਤ ਲਈ ਤੁਹਾਨੂੰ ਵਰਤਣਾ ਹੈ, ਤੁਹਾਨੂੰ ਬਲੀ ਦਾ ਬੱਕਰਾ ਬਣਾਉਣਾ ਹੈ। ਇਸ ਕਰਕੇ ਉਹਦੇ ਬਚਨ ਬੜੇ ਕਮਾਲ ਦੇ ਨੇ, ਕਹਿੰਦੇ ਨਾ ਹਿੰਦੂ ਹੀ ਹੈ ਅੱਛੇ, ਨਾ ਮੁਸਲਮਾਨ ਹੈ ਅੱਛੇ, ਦਿਲ ਨੇਕ ਹੈ ਜਿਨਕੇ ਵਹੀ ਇਨਸਾਨ ਹੈ ਅੱਛੇ। ਅਸਲ ਵਿੱਚ ਸਾਡੇ ਦਿਲ ਦੀ ਪਾਕੀਜ਼ਗੀ ਚਾਹੀਦੀ ਹੈ, ਸਾਨੂੰ ਆਪਣੇ ਹਿਰਦੇ ਤੋਂ ਪਾਕ ਹੋਣਾ ਚਾਹੀਦਾ ਹੈ। ਫਿਰ ਭਾਵੇਂ ਅਸੀਂ ਸਿਆਸੀ ਹੋਈਏ, ਸਮਾਜਿਕ ਹੋਈਏ, ਰਾਜਨੀਤਿਕ ਹੋਈਏ, ਧਾਰਮਿਕ ਹੋਈਏ, ਕੁਝ ਵੀ ਹੋਈਏ, ਪਰ ਸਭ ਤੋਂ ਪਹਿਲਾਂ ਇੱਕ ਚੰਗੇ ਇਨਸਾਨ ਹੋਈਏ। ਪਹਿਲਾਂ ਚੰਗੇ ਇਨਸਾਨ ਬਣੀਏ, ਰਾਜਨੀਤੀ ਫਿਰ ਚੰਗੇ ਬਣਾਂਗੇ, ਧਾਰਮਿਕ ਫਿਰ ਚੰਗੇ ਬਣਾਂਗੇ, ਸਮਾਜਿਕ ਪ੍ਰਾਣੀ ਫਿਰ ਚੰਗੇ ਬਣਾਂਗੇ। ਪਰ ਜੇ ਅਸੀਂ ਆਪਣੇ ਆਪ ਨੂੰ ਇੰਨਾ ਬਦ ਬਣਾਇਆ ਹੈ, ਫਿਰ ਜੇ ਰਾਜਨੀਤੀ ਵਾਲੇ ਪਾਸੇ ਜਾਵਾਂਗੇ ਤੇ ਉਹ ਬੁਰੀ ਹੋ ਜਾਏਗੀ, ਧਰਮ ਵਾਲੇ ਪਾਸੇ ਜਾਵਾਂਗੇ ਤੇ ਉਹ ਧਾਰਮਿਕ ਅਦਾਰਿਆਂ ਦੀ ਉਹ ਆਬੋ ਹਵਾ ਨਹੀਂ ਰਹੇਗੀ ਜੋ ਹੋਣੀ ਚਾਹੀਏ। ਉਹਦਾ ਕਾਰਨ ਕੀ ਹੈ ਕਿ ਬਦ ਇਨਸਾਨ ਲੋਕ, ਕਮ ਅਕਲ ਲੋਕ ਉਹਨਾਂ ਥਾਵਾਂ ਤੇ ਕਬਜ਼ ਜਦੋਂ ਹੋ ਜਾਂਦੇ ਨੇ, ਫਿਰ ਉਹਨਾਂ ਅਸਥਾਨਾਂ ਦੀ ਮਰਿਆਦਾ ਜਾਂ ਉਹਨਾਂ ਅਸਥਾਨਾਂ ਦੀ ਪਾਕੀਜ਼ਗੀ ਜਿਹੜੀ ਹੈ ਉਹਦੇ ਤੇ ਲੋਕਾਂ ਨੂੰ ਸ਼ੱਕ ਹੋ ਜਾਂਦਾ ਹੈ। ਇਸ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿਹੜਾ ਪੰਥ ਸਿਰਜਿਆ, ਜਿਹੜਾ ਪੰਥ ਸਾਜਿਆ, ਉਹਦੇ ਬਾਬਤ ਭੱਟ ਜੀ ਕਹਿੰਦੇ, ਗੁਰੂ ਰਾਮਦਾਸ ਜੀ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤੇਹ ਮਿਲੰਤ ਜਮ ਤਰਾਸ ਮਿਟਾਈ। ਉਹ ਪੰਥ ਬਾਬਤ ਸੁਣਿਆ ਹੈ ਕਿ ਜਿਹੜਾ ਉਸ ਪੰਥ ਦਾ ਧਾਰਨੀ ਬਣ ਜਾਂਦਾ ਹੈ, ਉਹ ਮੌਤ ਨੂੰ ਮਖੌਲਾਂ ਕਰਦਾ ਹੈ, ਉਹ ਮੌਤ ਨੂੰ ਟਿਚਰਾਂ ਕਰਦਾ ਹੈ। ਟਿਚਰ ਕਰਨ ਵਾਲੀ ਗੱਲ ਹੈ ਨਾ। 40 ਸਿੰਘ ਨੇ
ਭੁੱਖੇ ਭਾਣੇ ਨੇ ਤੇ ਬਾਹਰ 10 ਲੱਖ ਦੀ ਫੌਜ ਖਲੋਤੀ ਹੈ ਤੇ ਟੀਚਰਾਂ ਨੇ ਕਿ ਮੈਂ ਜਾ ਕਰਕੇ ਲੜਾਂਗਾ। ਇੱਕ ਇੱਕ ਸਿੰਘ ਕਹਿੰਦਾ ਕਿ ਮੈਨੂੰ ਆਗਿਆ ਦਿਓ, ਮੈਂ ਇਹਨਾਂ ਨੂੰ ਜਾ ਕਰਕੇ ਮੌਤ ਦੇ ਮੂੰਹ ਵਿੱਚ ਪਵਾ ਦਿਆਂ, ਮੈਂ ਇਹਨਾਂ ਨੂੰ ਸਦਾ ਦੀ ਨੀਂਦ ਸਵਾ ਦਿਆਂ। ਇੰਨਾ ਹੌਸਲਾ, ਇੰਨਾ ਹੀਆ ਕਿਵੇਂ ਬਣਿਆ? ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸੋਹਬਤ ਤੋਂ ਮਿਲਿਆ, ਗੁਰੂ ਦੀ ਸੋਹਬਤ ਤੋਂ ਮਿਲਿਆ, ਗੁਰੂ ਦੀ ਕਰਨੀ ਤੋਂ ਮਿਲਿਆ। ਤੇ ਜਿਹੜੇ ਉਸ ਕਰਨੀ ਦੇ ਧਾਰਨੀ ਹੋ ਜਾਂਦੇ ਨੇ ਉਹ ਕਹਿੰਦੇ ਦੁਨੀਆ ਨੂੰ ਤੇ ਮਰਨਾ ਹੀ ਨਹੀਂ ਆਉਂਦਾ। ਕਬੀਰ ਮਰਤਾ ਮਰਤਾ ਜਗ ਮੁਆ, ਮਰ ਭੀ ਨਾ ਜਾਣੈ ਕੋਏ, ਐਸੀ ਮਰਨੀ ਜੋ ਮਰੈ ਬਹੁਰ ਨਾ ਮਰਨਾ ਹੋਏ। ਜਮ ਦੀ ਤਰਾਸ ਮਿਟ ਜਾਂਦੀ ਹੈ, ਜਮਾਂ ਦਾ ਭਉ ਮੁੱਕ ਜਾਂਦਾ ਹੈ। ਪਰ ਕਦੋਂ? ਜਦੋਂ ਕੋਈ ਪ੍ਰਾਨੀ, ਜਦੋਂ ਕੋਈ ਜੀਵ ਗੁਰੂ ਪੰਥ ਦਾ, ਗੁਰੂ ਸੰਗਤ ਦਾ ਧਾਰਨੀ ਹੋ ਜਾਂਦਾ ਹੈ। ਜਿੰਨਾ ਚਿਰ ਗੁਰੂ ਉਪਦੇਸ਼ ਦਾ, ਗੁਰੂ ਸੰਗਤ ਦਾ ਧਾਰਨੀ ਨਹੀਂ ਨਾ ਹੋਏਗਾ ਜੀਵ, ਉਹਨਾਂ ਚਿਰ ਭੈ ਮੁਕਤ ਨਹੀਂ ਹੋ ਸਕਦਾ, ਉਹਨਾਂ ਚਿਰ ਡਰ ਹੀ ਰਹੇਗਾ। ਗੁਰੂ ਸਾਹਿਬ ਜੀ ਦੇਖੋ ਆਪ ਕਿੰਨੇ ਭੈ ਮੁਕਤ। ਮੈਂ ਅਰਜ਼ ਕਰ ਰਿਹਾ ਵੀ ਔਰੰਗਜ਼ੇਬ ਲਈ ਇਹ ਸ਼ਬਦ ਵਰਤੇ, ਨਾ ਇਮਾਮ ਪ੍ਰਸਤੀ, ਨਾ ਔਜ਼ਾਏ ਦੀਨ, ਨਾ ਸਾਹਿਬ ਸਨਾਖੀ, ਨਾ ਮੁਹੰਮਦ ਯਕੀਨ। ਤੈਨੂੰ ਆਪਣੇ ਮੁਹੰਮਦ ਸਾਹਿਬ ਤੇ ਯਕੀਨ ਨਹੀਂ, ਤੈਨੂੰ ਈਮਾਨ ਤੇ ਯਕੀਨ ਨਹੀਂ ਹੈ। ਤੂੰ ਆਪਣੇ ਆਪ ਨੂੰ ਈਮਾਨ ਵਾਲਾ ਕਹਿਣਾ ਹੈ, ਆਪਣੇ ਆਪ ਨੂੰ ਕਹਿਣਾ ਵੀ ਮੈਂ ਨਮਾਜ਼ ਪੜ੍ਹਨਾ, ਰੋਜ਼ੇ ਰੱਖਣਾ, ਜ਼ਕਾਤ ਦੇਣਾ ਵਾ, ਪਰ ਤੇਰਾ ਜੀਵਨ ਕੀ ਆਂਦਾ ਹੈ? ਤੇਰਾ ਈਮਾਨ ਤੇ ਆਖਦਾ ਹੈ ਕਿ ਬੱਚਿਆਂ ਤੇ ਕਦੀ ਜ਼ੁਲਮ ਨਾ ਕਰੋ, ਨਿੱਕੇ ਬੱਚਿਆਂ ਤੇ, ਸ਼ੀਰਖੋਰ ਬੱਚਿਆਂ ਤੇ ਜ਼ੁਲਮ ਨਾ ਕਰੋ, ਬੇਦੋਸ਼ੀਆਂ ਤੇ ਜ਼ੁਲਮ ਨਾ ਕਰੋ। ਪਰ ਤੇਰੇ ਅਹਿਲਕਾਰਾਂ, ਤੇਰੇ ਸੂਬਿਆਂ ਕੀ ਕੀਤਾ? ਮੇਰੇ ਨਿੱਕੇ ਨਿੱਕੇ ਬੱਚਿਆਂ ਨੂੰ ਕੋਹ ਕੇ ਮਾਰ ਦਿੱਤਾ। 2 ਰਣ ਵਿੱਚ ਜੂਝੇ, ਮੈਨੂੰ ਉਹਨਾਂ ਦਾ ਕੋਈ ਅਫਸੋਸ ਨਹੀਂ, ਪਰ ਨਿੱਕੇ ਸ਼ੀਰਖੋਰ ਮੇਰੇ ਸਾਹਿਬਜ਼ਾਦੇ 5 ਤੇ 7 ਸਾਲ ਦੀਆਂ ਨਿੱਕੀਆਂ ਉਮਰਾਂ ਤੇ ਇੱਕ ਬੇਦੋਸ਼ੇ, ਉਹਨਾਂ ਦਾ ਕੋਈ ਦੋਸ਼ ਨਹੀਂ। ਇਹ ਤੇਰਾ ਈਮਾਨ ਹੈ? ਇਹ ਤੇਰਾ ਈਮਾਨ ਸਿਖਾਉਂਦਾ ਵੀ ਇਸ ਤਰ੍ਹਾਂ ਬੇਦੋਸ਼ੀਆਂ ਤੇ ਬਜ਼ੁਰਗਾਂ ਤੇ ਜ਼ੁਲਮ ਕੀਤਾ ਜਾਏ? ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹ ਸਾਰੀ ਦਾਸਤਾਨ ਜ਼ਫਰਨਾਮੇ ਵਿੱਚ ਲਿਖੀ, ਉਹਨੂੰ ਤਾੜਨਾ ਵੀ ਕੀਤੀ, ਉਹਨੂੰ ਆਇਨਾ ਵੀ ਵਿਖਾਇਆ। ਬਸ ਇਹ ਬਚਨ ਜਦੋਂ ਇਹ ਬੋਲ ਔਰੰਗਜ਼ੇਬ ਨੇ ਪੜ੍ਹੇ ਦੱਖਣ ਦੀ ਧਰਤੀ ਤੇ, ਉਹ ਦੁਬਾਰਾ ਮੰਜੇ ਤੋਂ ਉੱਠ ਨਹੀਂ ਸਕਿਆ। ਇਹਨਾਂ ਬੋਲਾਂ ਦੀਆਂ ਚੋਟਾਂ ਨੇ ਹੀ ਉਸ ਨੂੰ ਮੌਤ ਦੀ ਝੋਲੀ ਵਿੱਚ ਪਾ ਦਿੱਤਾ। ਉਹ ਜ਼ਾਲਮ ਸੁਧਾਰ ਗਿਆ ਦੋਜ਼ਖ ਦੀ ਅੱਗ ਦੇ ਲਈ। ਇਸ ਕਰਕੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬੇਖੌਫ ਹੋ ਕਰਕੇ ਇਹ ਬਚਨ ਕਹੇ। ਤਾਂ ਹੀ ਅੱਲਾ ਯਾਰ ਖਾਂ ਜੋਗੀ ਨੇ ਕਿਹਾ ਕਿ ਉਹਨਾਂ ਦੀ ਕਿਹੜੀ ਸਿਫਤ ਕਰਾਂ, ਕਿ ਉਹ ਬਹਾਦਰ ਸਨ, ਕਿ ਉਹ ਭਗਤ ਸਨ, ਕਿ ਉਹ ਯੋਧੇ ਸਨ, ਕਿ ਉਹ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਆਪਣੇ ਮੁਰੀਦਾਂ ਨਾਲ ਪਿਆਰ ਕਰਨ ਵਾਲੇ ਸਨ। ਉਹਨਾਂ ਦੀ ਸਿਫਤ ਕੋਈ ਵੀ ਪੂਰੀ ਨਹੀਂ ਕੀਤੀ ਜਾ ਸਕਦੀ। ਜਿਤਨੀ ਵੀ ਕਰਾਂਗੇ ਉਤਨੀ ਹੀ ਥੋੜੀ ਹੈ, ਕਿਉਂਕਿ ਉਸ ਮਹਾਨ ਉੱਤਮ ਪੰਥ ਦੇ ਉਹ ਆਗੂ ਸਨ ਜੋ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਚਲਾਇਆ ਸੀ। ਉਸੇ ਪੰਥ ਨੂੰ ਉਹਨਾਂ ਨੇ ਅਖੀਰਤਾ ਬਖਸ਼ੀ। ਅਕਾਲ ਪੁਰਖ ਦੀ ਰਜਾ ਵਿੱਚ ਹੀ ਖਾਲਸੇ ਦੀ ਝੋਲੀ, ਪੰਥ ਤੇ ਗ੍ਰੰਥ ਦੀ ਝੋਲੀ ਗੁਰਿਆਈ ਪਾ ਕਰਕੇ ਉਹਨਾਂ ਨੇ ਬਚਨ ਕਹੇ ਸਨ, ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਅਖੀਰਲੇ ਤੇ ਅੰਤਿਮ ਬੋਲਾਂ ਨੂੰ ਗਿਆਨੀ ਗਿਆਨ ਸਿੰਘ ਨੇ ਆਪਣੇ ਭਾਵ ਵਿੱਚ ਲਿਖਿਆ। ਉਸੇ ਉੱਤਮ ਪੰਥ ਦੀ ਗੱਲ ਅੱਜ ਭੱਟ ਕੀਰਤ ਜੀ ਆਪਣੇ ਇਸ ਪਾਵਨ ਪਵਿੱਤਰ ਸਵਈਏ ਵਿੱਚ ਕਰ ਰਹੇ ਹਨ ਕਿ ਇਹ ਵਾਹਿਗੁਰੂ, ਇਹ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ, ਮੈਂ ਐਸੇ ਦਰ ਨੂੰ ਲੋੜਦਾ ਹਾਂ, ਐਸੇ ਦਰ ਦੀ ਇੱਛਾ ਰੱਖਦਾ ਹਾਂ ਕਿ ਮੈਨੂੰ ਐਸਾ ਦਰ ਪ੍ਰਾਪਤ ਹੋਵੇ। ਪਰ ਉਹਨਾਂ ਨੇ ਸਿਖਾਇਆ ਵੀ ਗੁਰੂ ਦੇ ਦਰ ਤੇ ਜਦੋਂ ਜਾਣਾ ਹੈ ਨਾ, ਇਹ ਸਿੱਖੀ ਦੀ ਪਹਿਲੀ ਤੇ ਅੰਤਮ ਪੌੜੀ ਹੀ ਇਹ ਹੈ। ਸਭ ਤੋਂ ਪਹਿਲੀ ਪੌੜੀ ਵੀ ਇਹ ਸਿੱਖੀ ਦੀ ਕਿ ਜਦੋਂ ਗੁਰੂ ਕੋਲ ਜਾਣਾ ਹੈ, ਸਿੱਖੀ ਦੀ ਦਾਤ ਮੰਗਣੀ ਹੈ, ਤੇ ਪਹਿਲਾਂ ਆਪਣੇ ਗੁਨਾਹਾਂ ਨੂੰ, ਆਪਣੇ ਔਗੁਣਾਂ ਨੂੰ ਗੁਰੂ ਅੱਗੇ ਰੱਖਣਾ ਪਏਗਾ ਕਿ ਮੈਂ ਤਾਂ ਐਸਾ ਹਾਂ ਜੀ, ਮੈਂ ਕਮਜ਼ੋਰ ਹਾਂ, ਮੈਂ ਨਾਲਾਇਕ ਹਾਂ, ਮੈਂ ਗੁਣਹੀਨ ਹਾਂ, ਮੈਂ ਔਗੁਣਾਂ ਦਾ, ਗੁਨਾਹਾਂ ਦਾ ਭਰਿਆ ਹਾਂ। ਤੇ ਵੇਖੋ ਕਿੰਨੀ ਕਮਾਲ ਦੀ ਵਾਰਤਾ ਹੈ। ਜਦੋਂ ਸਿੱਖ ਇਸ ਤਰ੍ਹਾਂ ਆ ਕਰਕੇ ਸਿੱਖੀ ਦੀ ਮੰਗ ਕਰਦਾ ਹੈ ਤੇ ਸਿੱਖੀ ਦੀ ਸਿਖਰਤਾ ਤੇ ਵੀ ਪਹੁੰਚ ਜਾਏ, ਪਰ ਉਸ ਦਿਨ ਇਹ ਨਹੀਂ ਕਹਿੰਦਾ ਕਿ ਮੈਂ ਹੁਣ ਬੜਾ ਸਿਆਣਾ ਬਣ ਗਿਆ ਹਾਂ, ਮੈਂ ਬੜਾ ਚਾਤੁਰ ਬਣ ਗਿਆ ਹਾਂ, ਮੇਰੇ ਵਰਗਾ ਮਹਾਨ ਕੋਈ ਨਹੀਂ। ਉਸ ਦਿਨ ਵੀ ਇਹ ਸ਼ਬਦ ਹੋਣਗੇ ਕਿ ਦਾਤਾ ਹੈ ਅਸੀਂ ਅੱਜ ਵੀ ਨੀਵੇਂ, ਤੇਰੀ ਕਿਰਪਾ ਨਾਲ ਜੋ ਕੁਝ ਮਿਲਿਆ, ਤੇਰੀ ਰਹਿਮਤ ਨਾਲ ਜੋ ਕੁਝ ਮਿਲਿਆ, ਸਾਡਾ ਆਪਣਾ ਕੁਝ ਨਹੀਂ, ਨਾ ਸਾਡੀ ਸਿਆਣਪ,
ना साडी चतुराई, ना साडी समझ, ये साडे करके नहीं मिलिया, तेरी बख्शिश करके मिलिया। इस करके सिੱਖੀ दी पहली पौड़ी भी ये है कि निमरता दा धारनी होकर के गुरु दे घर जाना, ते जदों गुरु घरों बख्शिश मिल जाए ते अखीर तक उस निमरता नूं, उस निर्वैरता नूं बरकरार रखना, ये सिੱਖੀ दी ही शिखरता है। बचन वेखो किन्ने कमाल दे ने, हम अब गुण भरे एक गुण नाही है। दाता जी गुरु रामदास जी, असी औगुणां दे भरे पए आ नक्को नक, असी खते बहुत कमावदे अंत ना पारावार, हर कृपा करके बख्श ले हो पापी वड गुनहगार। हम अवगुण भरे एक गुण नाही, एक भी गुण नहीं, अमृत छाड़ बिखै बिख खाई। अमृत छड्डिया, अमृत दा भाव है परमेश्वर जी दे नाम दी सिफत, शुभ गुणा दे असी धारनी ने, अमृत समान है। ते बिख समान की है? काम क्रोध लोभ मोह निंदिया झूठ द्वैख बखीली, ये बिख है। इस नूं धारण कीता होया ते शुभ गुणा नूं तलांजलि दिती हुई है। माया मोह भरम पै भूले, माया दे मोह विच पए होए हाँ, ते माया दे मोह विच पै करके ही ये भरम ते भुलेखे ने, क्योंकि माया नाम भुलेखे दा ही है, माया नाम भरम दा ही है। माया मोह भरम पै भूले, सुत दारा स्यों प्रीत लगाई। सुत दारा, सुत नाम पुत्र दा है, दारा नाम स्त्री दा है। प्रीत लगाई, प्रीत दा अर्थ इत्थे भाव ये नहीं कि अपने परिवार नाल समाज नाल मनुख ने लगाव नहीं रखना, जां उन्हां दे अपने फराइजां तो भज जाना, ऐसा नहीं। भाव यह है कि भरम रूप हो करके, अज्ञान रूप हो करके उन्हां नूं पकड़ के रखना, मोह दे विच पै करके अणहोणियां करके उन्हां नूं खुश करना। जिन्हों बाबा कबीर जी कहते हैं कि बहु परपंच कर पर धन लियावै, सुत दारा पह आन लुटावै, मन मेरे भूले कपट ना कीजै, अंत नवेरा तेरे जी पह लीजै। जिहड़ा भरम विच है, मोह विच है, वो अपने मोह नूं ही पालदा है, भरम नूं ही पालदा है। अपने धीआं पुत्रां नूं खुश करन वास्ते अणहोणीए कर्म करके, नाजायज कर्म करके, पाप कर्म करके उन्हां नूं खुश करदा है ते उन्हां दी खुशी विच अपनी खुशी वेखदा है। पर कहंदे जो धर्मी है, जे वो रुखा सुखा कमा सकता है, जो थोड़ा कमा सकता है, वो शबर ते शुक्र दे नाल अपने परिवार नूं धर्म दे उपदेश दे करके उस तरह ही चलांदा है। वो फिर भरम विच नहीं, वो माया दा फिर गुलाम नहीं, वो माया दा बंदा नहीं, फिर वो रब दा बंदा है। माया मोह भरम पै भूले, सुत दारा स्यों प्रीत लगाई, एक उत्तम पंथ सुनियो गुर संगत, तेह मिलंत जम त्रास मिटाई। इस करके हे सतगुरु गुरु रामदास जीओ, मैं तुहाडा उत्तम पंथ सुन के आया। भटकिया बहुत हाँ, क्योंकि भट्ट साहबाना ने आप लिखिया अपनी बाणी विच, पिछे आप जी ने गुरु अमरदास सच्चे पातशाहियां दे सोइयां विच वो सोइया सुनिया होना, उहदी विचार कि रहो संत टोल साध बहु तेरे डिठे, सन्यासी तपस्वी मुखों ए पंडित मिठे, बरस एक हों फिरियो किन्ने ना परचो लायो, कहतियां कहत सुनी रहत को खुशी ना आयो। गुरु दा पंथ क्यों उत्तम है? क्योंकि इत्थे जो कहत है वही रहत है, जो करनी है वही कथनी है, जो कथनी है वही करनी है। इस करके उत्तम है वो घर, वो दर, वो प्राणी जो कथनी ते करनी दा पूरा है। ते गुरु नानक देव सच्चे पातशाह जी दे घर दी तां ये प्रौढ़ता है, ये पहल दे आधार ते है कि जो कथया गया है, जो कहा गया जुबान तो वो मरदे दम तक अपने शरीर ते हंडाना ही हंडाना है। इस करके बचन कीते, एक उत्तम पंथ सुनियो गुर संगत, तेह मिलंत जिसनों मिल करके, जिसनों प्राप्त हो करके जम त्रास मिटाई। जमा दी त्रास, जमा दा भै मुक जांदा है। जिदे तो दुनिया डरदी है मौत तो, उसे मौत तो परम आनंद दी प्राप्ति हुंदी है। जिस मरने ते जग डरै, मेरे मन आनंद मरना ही ते पाइयै पूर्ण परमानंद। एक अरदास पाठ कीरत की गुर रामदास राखो सरनाई। अंत विच भट्ट कीरत जी दा ये सवैया है, वो कहंदे हे वाहिगुरु, हे गुरु रामदास जी, मेरी ये अरदास है, मेरी ये बेनती है। अरदास नाम अपनियां बेनतियां करन दा ही है, अपने आप नूं
ਝੁਕਾ ਕਰਕੇ ਕੁਝ ਮੰਗਣ ਦਾ ਹੀ ਹੈ ਕਿ ਮੇਰੀ ਸਮਰੱਥਾ ਨਹੀਂ। ਅਰਦਾਸ ਕਰਨ ਦਾ ਭਾਵ ਹੀ ਹੁੰਦਾ ਹੈ, ਜੇ ਤੁਸੀਂ ਆਪਣੀ ਸਮਰੱਥਾ ਲੈ ਕੇ ਆਇਓ ਫਿਰ ਅਰਦਾਸ ਕਰਦੇ ਹੋ, ਫਿਰ ਉਹ ਅਰਦਾਸ ਨਹੀਂ, ਫਿਰ ਤਾਂ ਤੁਸੀਂ ਇੱਕ ਸ਼ਬਦ ਜਾਲ ਪੇ ਪਾ ਰਹੇ ਹੋ। ਪਰ ਜੇ ਅਰਦਾਸ ਦਾ ਭਾਵ ਹੈ ਵੀ ਮੇਰੀ ਸਮਰੱਥਾ ਖਤਮ, ਮੇਰੀ ਸ਼ਕਤੀ ਖਤਮ, ਮੇਰੀ ਚਲਾਕੀ, ਮੇਰੀ ਚਤੁਰਾਈ ਖਤਮ, ਮੈਂ ਤਾਂ ਹੁਣ ਤੇਰੀ ਸਮਰੱਥਾ ਤੇ ਟਿਕਿਆ, ਮੈਂ ਤਾਂ ਤੇਰੇ ਸਮਰੱਥ ਤੇ ਟਿਕਿਆ, ਤੇਰੀ ਰਹਿਮਤ ਤੇ ਟਿਕਿਆ। ਅਰਦਾਸ ਦਾ ਭਾਵ ਇਹ ਹੈ ਕਿ ਆਪਣਾ ਮਿਟਾ ਕਰਕੇ ਗੁਰੂ ਨੂੰ ਸਮਰਪਿਤ ਹੋ ਕਰਕੇ ਕਿਸੇ ਵਸਤੂ ਪਦਾਰਥ ਦੀ ਮੰਗ ਕਰਨੀ, ਭਾਵੇਂ ਉਹ ਦੀਨ ਵਾਲੀ ਹੋਵੇ ਭਾਵੇਂ ਉਹ ਦੁਨੀਆ ਵਾਲੀ ਹੋਵੇ। ਇਸ ਕਰਕੇ ਭੱਟ ਕੀਰਤ ਜੀ ਨੇ ਜੋ ਇਹ ਅਰਦਾਸ ਕੀਤੀ ਉਹ ਬਿਲਕੁਲ ਸਤਿਗੁਰੂ ਕੀ ਬਾਣੀ ਵਿੱਚ ਗੁਰੂ ਰੂਪ ਵਿੱਚ ਗੁਰੂ ਸਾਹਿਬ ਜੀ ਨੇ ਆਪ ਇਹਨਾਂ ਸ਼ਬਦਾਂ ਨੂੰ ਦੁਹਰਾਇਆ ਹੈ, ਜਿੱਥੇ ਸਤਿਗੁਰੂ ਜੀ ਬਚਨ ਕਰਦੇ ਨੇ ਕਿ ਹਮ ਮੈਲੇ ਤੁਮ ਉਜਲ ਕਰਤੇ, ਹਮ ਨਿਰਗੁਣ ਤੂੰ ਦਾਤਾ, ਹਮ ਮੂਰਖ तुम सच चतुर सियाने, तू सर्व कला का ज्ञाता। माधो हम ऐसे तू ऐसा, हम पापी तुम पाप खंडन, हम अवगुण परे हम पापी तुम पाप खंडन, नीको ठाकुर देसा। हे वाहिगुरु तेरा घर तेरा दर तेरी सोए बड़ी चंगी है, तू आप बड़ा नीका चंगा है, मैं गुनाहां दा भरिया होया। मैं तां उस रुख वर्गा जिहदी कोई कीमत नहीं, ਜਿਹਦੇ 'ਚ ਕੋਈ ਸੁਗੰਧੀ ਨਹੀਂ, ਪਰ ਤੇਰੀ ਛੋਹ ਜਿਹੜੀ ਹੈ, ਤੂੰ ਚੰਦਨ ਹੈ, ਤੇਰੀ ਛੋਹ ਜਿਹੜੀ ਉਹ ਸੁਗੰਧੀ ਦੇ ਦਿੰਦੀ ਹੈ। ਤੁਮ ਚੰਦਨ ਹਮ ਅਰਿੰਡ ਬਾਪਰੇ, ਸੰਗ ਤੁਮਾਰੇ ਬਾਸਾ, ਨੀਚ ਰੂਖ ਤੇ ਊਚ ਪਏ ਹੈ, ਗੰਧ ਸੁਗੰਧ ਨਿਵਾਸਾ। ਹੇ ਵਾਹਿਗੁਰੂ ਇਹ ਅਰਦਾਸ ਹੈ ਮੇਰੀ, ਇੱਕ ਅਰਦਾਸ ਭਾਟ ਕੀਰਤ ਕੀ, ਗੁਰ ਰਾਮਦਾਸ ਰਾਖੋ ਸਰਨਾਈ। ਮੈਨੂੰ ਆਪਣੀ ਸ਼ਰਨ ਵਿੱਚ ਰੱਖ ਲੈ, ਆਪਣੇ ਪਾਸ ਰੱਖ ਲੈ, ਕੁਝ ਨਹੀਂ ਮੰਗਦਾ ਮੈਂ, ਕੇਵਲ ਤੇਰੀ ਸ਼ਰਨ ਮੰਗਣਾ। ਵੇਖੋ ਦੁਨੀਆ ਦੇ ਲੋਕ ਜਿਹੜੇ ਆਪਣਾ ਕਿੱਤਾ, ਕੋਈ ਵੀ ਕਿੱਤਾ ਕਰਦੇ ਨੇ, ਸਿਪਾਹੀ ਆਪਣਾ ਕਿੱਤਾ ਕਰਦਾ ਹੈ, ਫੌਜਦਾਰ ਆਪਣਾ ਕਿੱਤਾ ਕਰਦਾ ਹੈ, ਯੋਧਾ ਆਪਣਾ ਕਿੱਤਾ ਕਰਦਾ ਹੈ ਕਿ ਕਿਸੇ ਰਾਜੇ ਕਿਸੇ ਚੌਧਰੀ ਦੇ ਥੱਲੇ ਉਹ ਫੌਜਦਾਰ ਬਣ ਕੇ ਉਹਦੀ ਰੱਖਿਆ ਕਰਦਾ, ਉਹਦੇ ਨਾਲ ਤੁਰਦਾ ਤੇ ਉਹਦੇ ਪੈਸੇ ਲੈਂਦਾ। ਪਰ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਕੋਲ ਸਿੱਖ ਆਏ ਨਾ, ਜਦੋਂ ਸਤਿਗੁਰਾਂ ਨੇ ਸ਼ਸਤਰ ਮੰਗੇ, ਜਵਾਨੀਆਂ ਮੰਗੀਆਂ ਕਿ ਆਓ, ਤੇ ਜਦੋਂ ਗੁਰੂ ਸਾਹਿਬ ਜੀ ਦੇ ਕੋਲ ਮਾਝੇ ਮਾਲਵੇ ਦੁਆਬੇ ਦੇ ਚੌਬਦਾਰ ਸਿੰਘ ਆਏ, ਸ਼ਸਤਰਧਾਰੀ ਸਿੰਘ ਆਏ, ਤੇ ਸਤਿਗੁਰਾਂ ਕਿਹਾ ਵੀ ਦੱਸੋ ਤੁਹਾਨੂੰ ਮਹੀਨੇ ਦਾ ਕਿੰਨਾ ਚਾਹੀਦਾ, ਪੈਦਲ ਨੂੰ ਕਿੰਨਾ ਚਾਹੀਦਾ, ਘੋੜਸਵਾਰ ਨੂੰ ਕਿੰਨਾ ਚਾਹੀਦਾ। ਹਾਲਾਂਕਿ ਕੁਝ ਫੌਜ ਐਸੀ ਸੀ ਜੋ ਤਨਖਾਹ ਤੇ ਸੀ, ਪਰ ਸਤਿਗੁਰੂ ਦਤਾਰ ਪਿਤਾ ਮਹਾਰਾਜ ਜੀ ਦੇ ਜਿਹੜੇ ਪ੍ਰੇਮ ਵਾਲੇ ਸਿੰਘ ਸਨ, ਉਹ ਕਹਿੰਦੇ ਦਤਾਰ ਜੀ ਬਸ ਇਹੀ ਮੰਗਣੇ ਆ ਕਿ 2 ਵਕਤ ਦਾ ਪ੍ਰਸ਼ਾਦਾ ਮਿਲ ਜਾਏ ਤੇ ਤਨ ਢੱਕਣ ਨੂੰ ਬਸਤਰ ਮਿਲ ਜਾਏ, ਬਸ ਤੁਹਾਡੀ ਸ਼ਰਨ ਤੋਂ ਵੱਡੀ ਕੀਮਤ ਕੋਈ ਹੋਰ ਹੈ ਹੀ ਨਹੀਂ। ਇੱਕ ਅਰਦਾਸ ਭਾਟ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸ਼ਰਨਾਈ, ਕਿ ਜਿਨ੍ਹਾਂ ਨੂੰ ਪਤਾ ਹੈ ਸ਼ਰਨ ਦੀ ਕੀਮਤ ਕੀ ਹੈ, ਜਿਨ੍ਹਾਂ ਨੂੰ ਪਤਾ ਹੈ ਗੁਰੂ ਹਜ਼ੂਰੀ ਦੀ ਕੀਮਤ ਕੀ ਹੈ, ਉਹ ਉਹਦੇ ਲਈ ਆਪਣਾ ਸਾਰਾ ਕੁਝ ਮਿਟਾ ਸਕਦੇ ਨੇ, ਧਨ ਦੌਲਤ ਆਪਣਾ ਆਪਾ। ਤੇ ਜਿਨ੍ਹਾਂ ਸਿੰਘਾਂ ਨੂੰ ਪਤਾ ਸੀ ਕਿ ਗੁਰੂ ਦੀ ਸੋਹਬਤ ਦੀ ਕੀਮਤ ਕੀ ਹੈ, ਗੁਰੂ ਦੀ ਸਨਮੁਖਤਾ ਦੀ ਕੀਮਤ ਕੀ ਹੈ, ਉਹਨਾਂ ਸਾਰਾ ਕੁਝ ਮਿਟਾ ਦਿੱਤਾ। ਕੀ ਮੰਗਿਆ ਵੀ ਇਹ ਪੇਟ ਭਰਨ ਲਈ ਸਿਰਫ 2 ਵਕਤ ਦਾ ਪ੍ਰਸ਼ਾਦਾ, ਉਹ ਵੀ ਜੇ ਤੈਨੂੰ ਚੰਗਾ ਲੱਗੇ, ਜੇ ਉਹ ਵੀ ਨਾ ਮਿਲਿਆ ਤੇ ਫਿਰ ਵੀ ਅਸੀਂ ਤੇਰਾ ਸਾਥ ਨਹੀਂ ਛੱਡਾਂਗੇ। ਤੇ ਉਹ ਸਿੱਧ ਵੀ ਕਰਕੇ ਵਿਖਾਇਆ ਕਿ ਆਨੰਦਪੁਰ ਦਾ ਘੇਰਾ 6-7 ਮਹੀਨੇ ਰਿਹਾ, ਪਰ ਸਤਿਗੁਰੂ ਕੇ ਉਹ ਲਾਲ ਉਹਨਾਂ ਰਤੀ ਮਾਤਰ ਵੀ ਮੁਖੜੇ ਤੇ ਜਾਂ ਜ਼ੁਬਾਨ ਤੇ ਐਸਾ ਕੋਈ ਸ਼ਬਦ ਨਹੀਂ ਲਿਆਂਦਾ ਕਿ ਅਸੀਂ ਤੁਹਾਡੇ ਨਾਲ ਜੂਝੇ, ਭੁੱਖੇ ਮਰ ਗਏ, ਇਸ ਤਰ੍ਹਾਂ ਦੀ ਤਕਲੀਫ ਆ ਗਈ। ਕਰ ਕਹਿੰਦੇ ਨਹੀਂ, ਤੇਰੀ ਸੋਹਬਤ ਤੇਰੀ ਸਨਮੁਖਤਾ ਹੀ ਸਭ ਤੋਂ ਵੱਡੀ ਚੀਜ਼ ਹੈ। ਇਸ ਕਰਕੇ ਬਚਨੇ ਕਿ ਕਰਵਤ ਭਲਾ ਨਾ ਕਰਵਟ ਤੇਰੀ, ਲਾਗ ਗਲੇ ਸੁਣ ਬਿਨਤੀ ਮੇਰੀ, ਹੋਂ ਵਾਰੀ ਮੁਖ ਫੇਰ ਪਿਆਰੇ, ਕਰਵਤ ਦੇ ਮੋਕੋ ਕਾਹੇ ਕੋ ਮਾਰੇ। ਇਹ ਸ਼ਰਨ ਦੀ ਕੀਮਤ ਹੈ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ, ਉਹਨਾਂ ਦੇ ਬਾਬਤ ਤਾਂ ਕਿਸੇ ਨੇ ਲਿਖਿਆ ਹੈ कि जब भी अंधेरों ने वक्त से दोस्ती की, वक्त ने जब भी अंधेरों से दोस्ती की है, हमने अपना घर जलाकर रोशनी की है। उन्हां ते अपना आपा वार के संसार नूं रोशनी दिती है। सो ऐसे सतगुरु धन गुरु गोबिंद सिंह महाराज सच्चे पातशाह जी दे परिवार दे कुर्बानियां दे दिन हन। गुरु किरपा करे साडे विच ओ जज्बा, ओ प्यार, ਉਹ ਮੁਹੱਬਤ ਗੁਰੂ ਪ੍ਰਤੀ ਉਸਨੇ ਤੇ ਸ਼ਰਧਾ ਬਣ ਜਾਏ।
ਇਤਨੀਆਂ ਬੇਨਤੀਆਂ ਸਵੀਕਾਰ ਕਰਨੀਆਂ। ਗੁਰੂ ਇਤਿਹਾਸ ਗੁਰੂ ਸ਼ਬਦ ਦੀ ਵਿਚਾਰ ਕਰਦਿਆਂ ਬੇਅੰਤ ਭੁੱਲਾਂ ਹੋ ਗਈਆਂ ਹਨ। ਆਪ ਸੰਗਤ ਕਿਰਪਾਲੂ ਸਤਿਗੁਰੂ ਬਖਸ਼ਯੋਗ ਨੇ ਬਖਸ਼ ਲੈਣਗੇ। ਸ਼ੁਕਰ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ, ਸਤਿਕਾਰਯੋਗ ਸਿੰਘ ਸਾਹਿਬ ਜੀ ਦਾ, ਸਾਰੀ ਮੈਨੇਜਮੈਂਟ ਦਾ, ਆਪ ਸਮੂਹ ਸੰਗਤਾਂ ਦਾ ਜਿਨ੍ਹਾਂ ਦੇ ਦਰਸ਼ਨ ਹੋਏ। ਅੰਤ ਫਤਿਹ ਦੀ ਸਾਂਝ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਪਾਇਆ ਸਹਿਜ ਸੇਤੀ ਮਨ ਵਧੀਆਂ ਵਧਾਈਆਂ। ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਈਆਂ। ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਹਰ ਨਾਲ ਰਹ ਤੂੰ ਮਨ ਮੇਰੇ ਦੁਖ ਸਭ ਵਿਸਾਰਨਾ। ਕਰੇ ਤੇਰਾ ਕਾਰਜ ਸਭ ਸਵਾਰਨਾ। ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ। ਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰੇ। ਤਾਂ ਤੇਰੇ ਸਭ ਕਿਛ ਹੈ ਜਿਸ ਦੇ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ। ਸਾਚਾ ਨਾਮ ਮੇਰਾ ਆਧਾਰੋ। ਸਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ। ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ। ਤਾ ਕੁਰਬਾਨ ਕੀਤਾ ਗੁਰ ਵਿਟਹੁ ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ ਵਾਜੇ। ਸ਼ਬਦ ਤਿਤ ਘਰ ਸੁਭਾਗੇ ਘਰ ਸੁਭਾਗੇ ਸ਼ਬਦ ਵਾਜੇ। ਕਲਾ ਜਿਤ ਕਰ ਧਾਰਿਆ। ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ। ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੈ ਲਾਗੇ। ਕਹਿ ਨਾਨਕ ਤੈ ਸੁਖ ਹੋਆ ਤਿਤ ਘਰ ਅਨਹਦ ਵਾਜੇ। ਸੁਨੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ। ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ। ਇਹ ਪੁਨਿਤ ਕਹਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸਲੋਕ। ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਾਤ। ਦਿਵਸ ਰਾਤ ਦੋਇ ਦਾਈ ਦਾਇਆ ਖੇਲੇ ਸਗਲ ਜਗਤ। ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਨਾਮ ਧਿਆ
ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਤੇ ਆਏ